ਗੁਰਮੁਖ ਬਾਂਧਿਓ ਸੇਤ ਵਿਧਾਤੈ। ਹੁਣ ਇੱਥੇ ਗੁਰਮੁਖ ਬਾਂਧਿਓ ਸੇਤ ਵਿਧਾਤੈ। ਸੇਤ ਦਾ ਮਤਲਬ ਪੁਲ, ਬਾਂਧਿਓ ਦਾ ਮਤਲਬ ਬਣਾ ਦਿੱਤਾ, ਵਿਧਾਤੈ ਦਾ ਮਤਲਬ ਪ੍ਰਭੂ ਨੇ। ਗੁਰਮੁਖ ਦਾ ਮਤਲਬ ਗੁਰੂ ਰੂਪ ਪੁਲ, ਗੁਰੂ ਦਾ ਗਿਆਨ ਜਿਹੜਾ ਹੈ। ਅਕਾਲ ਪੁਰਖ ਪ੍ਰਭੂ ਨੇ ਗੁਰੂ ਦਾ ਗਿਆਨ, ਗੁਰੂ ਮਾਨੂੰ ਇੱਕ ਪੁਲ ਬਣਾ ਦਿੱਤਾ ਹੈ ਸੰਸਾਰ ਸਾਗਰ ਤੋਂ ਤਰਨ ਵਾਸਤੇ। ਸੰਸਾਰ ਇੱਕ ਸਾਗਰ ਹੈ, ਯਾਨੀ ਜਿਹੜੇ ਆ ਵਿਕਾਰ ਨੇ ਸੰਸਾਰ ਸਾਗਰ ਬਾਰੇ ਅਸੀਂ ਰੋਜ਼ ਵਿਚਾਰ ਕਰਦੇ ਹਾਂ ਕਿ ਜਿੰਨੇ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਾਪ, ਈਰਖਾ, ਦਵੇਸ਼, ਵੈਰ ਵਿਰੋਧ, ਲੜਾਈ, ਦੰਗੇ, ਫਸਾਦ, ਜਿੰਨੇ ਵੀ ਪਾਪ ਵਿਕਾਰ ਨੇ, ਇਹਨਾਂ ਤੋਂ ਪਾਰ ਤਰਨਾ ਆਮ ਬੰਦਾ ਜਿਹੜਾ ਹੈ ਨਾ ਉਹਦੇ ਵੱਸ ਦੀ ਗੱਲ ਨਹੀਂ ਹੈ। ਆਮ ਬੰਦਾ ਇਹਨਾਂ ਵਿਕਾਰਾਂ ਦੇ ਅੰਦਰ ਡੁੱਬਿਆ ਰਹਿੰਦਾ ਹੈ, ਵਿਕਾਰਾਂ ਦੇ ਅੰਦਰ ਉਹਦੀ ਸੁਰਤ ਡੁੱਬੀ ਰਹਿੰਦੀ ਹੈ। ਹੁਣ ਇਹਨਾਂ ਤੋਂ ਪਾਰ ਕਿਵੇਂ ਹੋਇਆ ਜਾਏ, ਉਸ ਵਾਸਤੇ ਸਾਨੂੰ ਸਾਧਨ ਚਾਹੀਦਾ ਹੈ, ਗਿਆਨ ਚਾਹੀਦਾ ਹੈ, ਨੌਲੇਜ ਚਾਹੀਦੀ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਹੇ ਸਿੱਧ ਪੁਰਸ਼ੋ, ਪ੍ਰਭੂ ਨੇ ਗੁਰੂ ਦਾ ਗਿਆਨ ਰੂਪ ਪੁਲ ਬਣਾ ਦਿੱਤਾ ਹੈ। ਯਾਨੀ ਗੁਰੂ ਦੇ ਗਿਆਨ ਰਾਹੀਂ ਤੁਸੀਂ ਇਸ ਸੰਸਾਰ ਸਾਗਰ ਤੋਂ ਪਾਰ ਉਤਰ ਸਕਦੇ ਹੋ। ਗੁਰੂ ਜੀ ਸਾਨੂੰ ਜੀਵਨ ਦਾ ਇੱਕ ਢੰਗ ਦਿੰਦੇ ਨੇ, ਵੇ ਆਫ ਲਾਈਫ ਦਿੰਦੇ ਨੇ। ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਜੋ ਗਿਆਨ ਹੈ, ਇਸ ਗਿਆਨ ਰਾਹੀਂ ਜ਼ਿੰਦਗੀ ਜੀ ਕੇ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ, ਸੰਸਾਰ ਦੇ ਵਿੱਚ ਰਹਿੰਦਿਆਂ ਨਿਰਲੇਪ ਰਿਹਾ ਜਾ ਸਕਦਾ ਹੈ। ਇਸ ਲਈ ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ ਹੈ, ਇਹਦੇ ਵਾਸਤੇ ਮਾਲਾ ਫੇਰਨ ਦੀ ਜ਼ਰੂਰਤ ਨਹੀਂ ਹੈ, ਇਹਦੇ ਵਾਸਤੇ ਕੰਨ ਪੜਵਾਉਣ ਦੀ ਲੋੜ ਨਹੀਂ, ਗ੍ਰਸਤ ਨੂੰ ਤਿਆਗਣ ਦੀ ਲੋੜ ਨਹੀਂ, ਸਗੋਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ ਜ਼ਰੂਰਤ ਹੈ। ਜੋ ਗੁਰੂ ਗਿਆਨ ਰਾਹੀਂ ਜ਼ਿੰਦਗੀ ਜੀਵੇਗਾ ਉਹ ਸੱਚ ਨੂੰ ਪਛਾਣੇਗਾ, ਸੱਚ ਦੇ ਰਾਹਾਂ ਤੇ ਤੁਰੇਗਾ। ਇਸ ਪੁਲ ਰਾਹੀਂ, ਗਿਆਨ ਦੇ ਪੁਲ ਰਾਹੀਂ ਸੰਸਾਰ ਸਾਗਰ ਤੋਂ ਪਾਰ ਉਤਰਿਆ ਜਾ ਸਕਦਾ ਹੈ। ਲੰਕਾ ਲੂਟੀ ਦੈਤ ਸੰਤਾਪੈ। ਇੱਥੇ ਹੁਣ ਕਈ ਵਾਰੀ ਇੱਥੇ ਦੈਤ ਜਿਹੜਾ ਸ਼ਬਦ ਹੈ ਨਾ, ਇਹਨੂੰ ਪੜ੍ਹਨਾ ਹੈ ਦੈਂਤ। ਲੰਕਾ ਲੂਟੀ ਦੈਂਤ ਸੰਤਾਪੈ, ਤੇ ਸੰਤਾਪੇ ਨਹੀਂ ਪੜ੍ਹਨਾ, ਪੱਪੇ ਦੇ ਨਾਲ ਦਲਾਵਾਂ ਨੇ, ਸੰਤਾਪੈ। ਲੰਕਾ ਲੂਟੀ ਦੈਂਤ ਸੰਤਾਪੈ। ਹੁਣ ਇੱਥੇ ਲੰਕਾ ਦਾ ਮਤਲਬ ਹੈ ਸ਼ਰੀਰ ਰੂਪੀ ਲੰਕਾ। ਇੱਥੇ ਜੋ ਰਾਮਚੰਦਰ ਜੀ ਨੇ ਲੰਕਾ ਲੁੱਟੀ ਹੈ ਉਹਦੀ ਗੱਲ ਨਹੀਂ ਹੈ, ਜਿੱਤੇ ਕਬਜ਼ਾ ਕੀਤਾ ਹੈ ਜਾਂ ਜੰਗ ਕੀਤਾ ਹੈ, ਉਸ ਲੰਕਾ ਦੀ ਗੱਲ ਨਹੀਂ। ਇੱਥੇ ਲੰਕਾ ਸ਼ਰੀਰ ਨੂੰ ਕਿਹਾ ਹੈ, ਤੇ ਇਹ ਸ਼ਰੀਰ ਦੇ ਅੰਦਰ ਕਬਜ਼ਾ ਹੈ ਦੈਂਤਾਂ ਦਾ, ਜਿਹੜੇ ਕਾਮ, ਕ੍ਰੋਧ, ਲੋਭ ਆਦਿਕ ਨੇ। ਲੂਟੀ ਦਾ ਮਤਲਬ ਹੈਗਾ ਕਿ ਕਬਜ਼ਾ ਕਰ ਲੈਣਾ। ਦੈਂਤ ਸੰਤਾਪੇ ਦਾ ਮਤਲਬ ਹੈ ਕਿ ਵਿਕਾਰਾਂ ਨੂੰ ਦੁੱਖ ਦੇਣਾ, ਯਾਨੀ ਵਸ ਦੇ ਅੰਦਰ ਕਰ ਲੈਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੇ ਗਿਆਨ ਰਾਹੀਂ ਜਿਨ੍ਹਾਂ ਨੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀ, ਉਹਨਾਂ ਨੇ ਕਾਮ, ਕ੍ਰੋਧ ਆਦਿਕ ਜੋ ਦੁੱਖ ਦੇਣ ਵਾਲੇ ਨੇ ਉਹਨਾਂ ਨੂੰ ਕਾਬੂ ਕਰ ਲਿਆ ਔਰ ਇਸ ਸਰੀਰ ਕਿਲੇ ਤੇ ਕਬਜ਼ਾ ਕਰ ਲਿਆ। ਸਰੀਰ ਇੱਕ ਕਿਲੇ ਦੀ ਤਰ੍ਹਾਂ ਹੈ, ਮਨ ਦੇ ਵਿੱਚ ਰਾਜਾ ਬਾਦਸ਼ਾਹ ਬਣਿਆ ਬੈਠਾ ਹੈ, ਤੇ ਕਾਮ ਆਦਿਕ ਜੋ ਕ੍ਰੋਧ ਆਦਿਕ ਨੇ ਇਹ ਸਾਨੂੰ ਸੰਤਾਪ ਦੇ ਰਹੇ ਨੇ। ਜਿਵੇਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਨਾ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਕਿ ਮੇਰੀ ਇੱਕ ਨਿਮਾਣੀ ਜੀ ਜਿੰਦ ਹੈ, ਮੈਂ ਇਕੱਲਾ ਨਿਮਾਣਾ, ਕਮਜ਼ੋਰ, ਤੇ ਕਾਮ, ਕ੍ਰੋਧ ਆਦਿਕ ਬੜੇ ਵੱਡੇ ਤਾਕਤਵਰ ਵਿਕਾਰ, ਇਹਨਾਂ ਤੋਂ ਮੈਂ ਆਪਣੇ ਘਰ-ਬਾਰ ਨੂੰ ਕਿਵੇਂ ਬਚਾਵਾਂ, ਆਪਣੇ ਆਤਮਿਕ ਜੀਵਨ ਨੂੰ ਕਿਵੇਂ ਬਚਾਵਾਂ। ਮਾਰੇ ਲੂਟੇ, ਇਹ ਮੈਨੂੰ ਰੋਜ਼ ਮਾਰਦੇ ਨੇ, ਮੀਨਸ ਦੁਖੀ ਕਰਦੇ ਨੇ, ਤੇ ਲੂਟਿਆਂ ਦਾ ਮਤਲਬ ਮੇਰੇ ਆਤਮਿਕ ਜੀਵਨ ਨੂੰ ਲੁੱਟ ਰਹੇ ਨੇ, ਗੁਨਾਹ ਨੂੰ ਲੁੱਟ ਰਹੇ ਨੇ, ਕਿਹਦੇ ਅੱਗੇ ਮੈਂ ਪੁਕਾਰ ਕਰਾਂ। ਤਾਂ ਗੁਰੂ ਜੀ ਕਹਿੰਦੇ ਨੇ ਸ੍ਰੀ ਰਾਮ ਨਾਮਾ ਉਚਰ ਮਨਾ, ਕਿ ਰੱਬੀ ਗੁਨਾਹ ਨੂੰ ਗਾਓ, ਜਿਹਦੇ ਨਾਲ ਇਹ ਵਿਕਾਰ ਨਜ਼ਦੀਕ ਨਹੀਂ ਆਉਣਗੇ। ਤਾਂ ਲੰਕਾ ਲੂਟੀ ਦੈਤ ਸੰਤਾਪੈ, ਦੈਤ ਸੰਤਾਪੈ, ਜਿਹੜੇ ਦੇਹੀ ਨੂੰ ਦੁੱਖ ਦੇਣ ਵਾਲੇ ਸਨ ਉਹਨਾਂ ਨੂੰ ਕਾਬੂ ਵਿੱਚ ਕਰ ਲਿਆ। ਤੇ ਲੰਕਾ ਲੂਟੀ ਦਾ ਮਤਲਬ ਇੱਥੇ ਹੈਗਾ ਕਬਜ਼ੇ ਵਿੱਚ ਲੈ ਲੈਣਾ, ਔਰ ਇਹ ਸਰੀਰ ਦੇ ਉੱਤੇ ਆਪਣਾ ਅਧਿਕਾਰ ਜਮਾ ਲਿਆ। ਭਾਵ ਜੋ ਸੱਚ ਸੀ ਉਹਦਾ ਕਬਜ਼ਾ ਹੋ ਗਿਆ, ਸ਼ੁਭ ਗੁਣਾਂ ਦਾ ਕਬਜ਼ਾ ਹੋ ਗਿਆ। ਪਹਿਲਾਂ ਕਾਮ ਆਦਿਕ ਵਸ ਰਹੇ ਸਨ, ਪਹਿਲਾਂ ਕ੍ਰੋਧ ਸੀ, ਲੇਕਿਨ ਹੁਣ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਦਾ ਕਬਜ਼ਾ ਹੋ ਗਿਆ। ਹੁਣ ਅੰਦਰ ਵਿਕਾਰ ਨਹੀਂ ਰਹੇ,
ਸਗੋਂ ਹੁਣ ਅੰਦਰ ਕਰਤਾ ਆਪ ਆ ਗਿਆ, ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ। ਰਾਮਚੰਦ ਮਾਰਿਓ ਇਹ ਰਾਵਣ। ਇੱਥੇ ਰਾਮਚੰਦ ਦਾ ਮਤਲਬ ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ। ਰਾਮ ਦਾ ਮਤਲਬ ਰਮਿਆ ਹੋਇਆ ਤੇ ਚੰਦ ਦਾ ਮਤਲਬ ਹੈ ਪ੍ਰਕਾਸ਼ਮਾਨ, ਜੋ ਵਿਆਪਕ ਅਕਾਲ ਪੁਰਖ ਪ੍ਰਭੂ ਹੈ, ਉਹਦੇ ਵਾਸਤੇ ਹੀ ਇੱਥੇ ਰਾਮਚੰਦ ਸ਼ਬਦ ਆਇਆ ਹੈ। ਰਾਵਣ ਦਾ ਮਤਲਬ ਰਾਵਣ ਦਾ ਮਤਲਬ ਹੈਗਾ, ਇਹ ਦਾ ਮਤਲਬ ਹੰਕਾਰ, ਰਾਵਣ ਦਾ ਮਤਲਬ ਹੰਕਾਰ ਰੂਪੀ ਰਾਵਣ। ਇੱਥੇ ਹੰਕਾਰ ਨੂੰ ਰਾਵਣ ਕਹਿ ਰਹੇ ਨੇ। ਤਾਂ ਜਿਹੜਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਸੀ, ਉਹ ਹਿਰਦੇ ਦੇ ਅੰਦਰ ਆ ਗਿਆ ਤੇ ਗੁਰਮੁਖ ਜਿਹੜਾ ਇਨਸਾਨ ਹੈ, ਉਸਨੇ ਇਹ ਜਿਹੜਾ ਹੰਕਾਰ ਰੂਪੀ ਰਾਵਣ ਸੀ ਉਹਨੂੰ ਮਾਰ ਦਿੱਤਾ। ਜਦੋਂ ਅਸੀਂ ਅੰਦਰੋਂ ਹੰਕਾਰ ਨੂੰ ਮਾਰਾਂਗੇ ਨਾ, ਤਾਂ ਅੰਦਰ ਰਾਮ ਆਏਗਾ। ਦੇਖੋ ਪਾਵਨ ਬਾਣੀ ਵਿੱਚ ਬਚਨ ਆਏ ਨੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਤੱਕ ਅੰਦਰ ਹੰਗਤਾ ਮਮਤਾ ਹੈ, ਮੈਂ ਹੈ, ਉਦੋਂ ਤੱਕ ਅੰਦਰ ਰੱਬ ਨਹੀਂ, ਰੱਬ ਦਾ ਨਾਮ ਨਹੀਂ, ਰੱਬ ਦੇ ਗੁਣ ਨਹੀਂ। ਜਦੋਂ ਮੈਂ ਮੁੱਕਦੀ ਏ ਉਦੋਂ ਤੂੰ ਆ ਜਾਂਦਾ ਹੈ, ਤੇ ਜਦੋਂ ਤੂੰ ਆ ਜਾਏ ਉਦੋਂ ਮੈਂ ਨਹੀਂ ਰਹਿੰਦਾ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਔਰ ਪ੍ਰਭੂ ਦਾ ਨਾਮ, ਹੁਕਮ, ਗੁਣ ਦੋਵੇਂ ਇੱਕ ਥਾਂ ਤੇ ਨਹੀਂ ਵਸ ਸਕਦੇ। ਜਿੱਥੇ ਹਉਮੈ ਹੈ ਉੱਥੇ ਰੱਬ ਨਹੀਂ, ਤੇ ਜਿੱਥੇ ਰੱਬ ਹੈ, ਰੱਬੀ ਗੁਣ ਨੇ, ਉੱਥੇ ਹਉਮੈ ਨਹੀਂ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਰਾਮਚੰਦ ਮਾਰਿਓ ਇਹ ਰਾਵਣ, ਕਿ ਗੁਰਮੁਖ ਨੇ ਗੁਰੂ ਗਿਆਨ ਰਾਹੀਂ, ਪ੍ਰਭੂ ਦੇ ਗੁਣਾ ਰਾਹੀਂ ਹੰਕਾਰ ਰੂਪ ਰਾਵਣ ਨੂੰ ਮਾਰ ਦਿੱਤਾ ਤੇ ਅੰਦਰ ਪ੍ਰਭੂ ਪਰਮਾਤਮਾ ਆਪ ਆ ਵਸਿਆ। ਅਗਲਾ ਬਚਨ ਕਰਦੇ ਨੇ, ਭੇਦ ਬਭੀਖਣ ਗੁਰਮੁਖ ਪਰਚਾਇਣ। ਇੱਥੇ ਪਰਚਾਇਣ ਦਾ ਮਤਲਬ ਹੈ ਗਿਆਨ। ਗੁਰਮੁਖ ਪਰਚਾਇਣ ਦਾ ਮਤਲਬ ਗੁਰੂ ਦਾ ਉਪਦੇਸ਼, ਤੇ ਬਭੀਖਣ ਦਾ ਮਤਲਬ ਹੈ ਇੱਥੇ ਭੇਦ ਦੱਸਣ ਵਾਲਾ। ਭੇਦ ਬਭੀਖਣ, ਭੇਦ ਦਾ ਮਤਲਬ ਭੇਦ, ਬਭੀਖਣ ਦਾ ਮਤਲਬ ਦੱਸਣ ਵਾਲਾ। ਹੁਣ ਜੋ ਗੁਰੂ ਦਾ ਗਿਆਨ ਹੈ ਨਾ, ਉਹ ਸਾਨੂੰ ਇਹ ਭੇਦ ਦੱਸਦਾ ਹੈ ਕਿ ਇਹਨਾਂ ਵਿਕਾਰਾਂ ਤੋਂ ਕਿਵੇਂ ਬਚਣਾ ਹੈ। ਗੁਰਮੁਖ ਗੁਰੂ ਦਾ ਜੋ ਗਿਆਨ ਹੈ, ਉਹਦੇ ਤੋਂ ਸਾਨੂੰ ਭੇਦ ਮਿਲੇਗਾ। ਜਿਵੇਂ ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਮਾਰਗ ਪਾਏ ਉਦਿਆਨ ਮਹਿ ਗੁਰ ਦੱਸੇ ਭੇਦ। ਗੁਰੂ ਭੇਦ ਦੱਸਦਾ ਹੈ ਕਿ ਜੰਗਲ ਦੇ ਵਿੱਚੋਂ ਕਿਵੇਂ ਬਾਹਰ ਨਿਕਲਣਾ ਹੈ। ਦੇਖੋ ਪਾਵਨ ਬਾਣੀ ਵਿੱਚ ਬੜੇ ਪਿਆਰੇ ਬਚਨ ਆਏ ਨੇ, ਬਾਹਰ ਬਿਡਾਨੜੈ ਹੁਮਸ ਤੁਮਸ ਕੂਕਾਂ ਪਈਆਂ ਰਾਹੀਂ। ਜਦੋਂ ਕੋਈ ਬਿਗਾਨੇ ਜੰਗਲ ਦੇ ਅੰਦਰ ਫਸ ਜਾਏ ਨਾ, ਜਿਹੜਾ ਜੰਗਲ ਆਪਣੇ ਇਲਾਕੇ ਦਾ ਨਹੀਂ, ਆਪਣੇ ਇਲਾਕੇ ਦੇ ਜੰਗਲ ਦੇ ਰਾਹਾਂ ਦਾ ਫੇਰ ਵੀ ਬੰਦੇ ਨੂੰ ਥੋੜਾ ਬਹੁਤਾ ਪਤਾ ਹੁੰਦਾ ਹੈ, ਪਰ ਬਿਗਾਨਾ ਦੇਸ਼ ਜਿੱਥੇ ਵੈਸੀ ਰਾਹ ਦਾ ਨਹੀਂ ਪਤਾ, ਤੇ ਬਿਗਾਨੇ ਦੇਸ਼ ਦਾ ਵੀ ਜੰਗਲ, ਤੇ ਉਸ ਜੰਗਲ ਦੇ ਅੰਦਰ ਜਾਏ ਕੋਈ ਭਟਕ, ਜਿੱਥੇ ਗਰਮੀ ਵੀ ਪੈ ਰਹੀ ਹੋਵੇ, ਬਰਸਾਤ ਆਦਿ ਪੈ ਕੇ ਹਟੀ ਹੋਵੇ, ਗਰਮੀ ਪੈ ਰਹੀ ਹੋਵੇ, ਹੁਮਸ ਹੋਵੇ, ਜੰਗਲੀ ਜਾਨਵਰਾਂ ਦਾ ਖਤਰਾ ਵੀ ਹੋਵੇ, ਚੋਰ ਲੁਟੇਰਿਆਂ ਦਾ ਵੀ ਖਤਰਾ ਹੋਵੇ, ਬੰਦਾ ਭੁੱਖਾ ਪਿਆਸਾ ਵੀ ਹੋਵੇ, ਤਾਂ ਉਹ ਐਸੇ ਮੁਸਾਫਰ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ, ਡਾਡਾਂ ਨਿਕਲ ਜਾਂਦੀਆਂ ਨੇ। ਬਾਹਰ ਬਿਡਾਨੜੈ ਹੁਮਸ ਤੁਮਸ ਕੂਕਾਂ ਪਈਆਂ ਰਾਹੀਂ, ਉਹਨਾਂ ਰਾਹੀਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ, ਦੁਖੀ ਹੋ ਜਾਂਦੇ ਨੇ। ਤੇ ਜੇ ਉਹਨਾਂ ਨੂੰ ਉਸ ਜੰਗਲ ਦਾ ਕੋਈ ਭੇਤੀ ਮਿਲ ਜਾਏ ਤੇ ਉਹ ਉਹਨਾਂ ਨੂੰ ਕਵੇ ਵੀ ਆਓ ਮੈਂ ਤੁਹਾਨੂੰ ਕੱਢ ਦੇਣਾ, ਤੇ 2 ਮਿੰਟ ਦਾ ਕੰਮ ਹੈ, ਰਾਹ ਦੇ ਤੇ ਬਿਲਕੁਲ ਨੇੜੇ ਫਿਰਨ ਰਹੇ ਹੋ, ਤਾਂ ਜਿਹੜਾ ਜੰਗਲ ਦਾ ਭੇਤੀ ਮਿਲੇਗਾ ਉਹ ਉਹਨਾਂ ਨੂੰ ਆਰਾਮ ਦੇ ਨਾਲ ਕੱਢ ਦੇਵੇਗਾ, ਕਿਉਂਕਿ ਉਹਨੂੰ ਉਸ ਜੰਗਲ ਬਾਰੇ ਭੇਤ ਹੈ ਸਾਰਾ। ਤਾਂ ਇਹ ਸੰਸਾਰ ਦਾ ਸਾਡਾ ਆਜੀਵਨ ਵੀ ਇੱਕ ਜੰਗਲ ਬਣਿਆ ਹੋਇਆ ਹੈ ਬੇਤਰਤੀਬੀ ਕਰਕੇ। ਤੇ ਗੁਰੂ ਜੀ ਆਪ ਇਸ ਸੰਸਾਰ ਵਿੱਚ ਸਰੀਰ ਕਰਕੇ ਵਿਚਰੇ ਨੇ ਔਰ ਨਿਰਲੇਪ ਹੋ ਕੇ ਵਿਚਰੇ ਨੇ। ਉਹਨਾਂ ਨੂੰ ਭੇਦ ਹੈ ਕਿ ਕਿਵੇਂ ਅਗਿਆਨਤਾ ਚੋਂ ਨਿਕਲਣਾ ਹੈ, ਕਿਵੇਂ ਪਾਪ ਵਿਕਾਰਾਂ ਚੋਂ ਬਚ ਕੇ ਸੰਸਾਰ ਵਿੱਚ ਕਿਵੇਂ ਨਿਰਲੇਪ ਰਹਿਣਾ ਹੈ। ਮਾਰਗ ਪਾਏ ਉਦਿਆਨ ਮਹਿ ਗੁਰ ਦੱਸੇ ਭੇਦ। ਗੁਰੂ ਭੇਦ ਦੱਸੇਗਾ ਸਾਨੂੰ, ਗੁਰੂ ਸਾਨੂੰ ਦੱਸੇਗਾ ਵੀ ਐਵੇਂ ਤੁਸੀਂ ਨਿਕਲ ਸਕਦੇ ਹੋ। ਤਾਂ ਇੱਥੇ ਪਰਚਾਇਣ ਦਾ ਮਤਲਬ ਉਪਦੇਸ਼, ਗੁਰਮੁਖ ਪਰਚਾਇਣ ਦਾ ਮਤਲਬ ਗੁਰੂ ਦਾ ਉਪਦੇਸ਼, ਬਭੀਖਣ ਦਾ ਮਤਲਬ ਦੱਸਣ ਵਾਲਾ, ਤੇ ਭੇਤ ਦਾ ਮਤਲਬ ਭੇਤ, ਯਾਨੀ ਜੋ ਗੁਰੂ ਦਾ ਗਿਆਨ ਹੈ ਉਹ ਸਾਨੂੰ ਭੇਤ ਦੱਸਦਾ ਹੈ ਕਿ ਐਵੇਂ ਅਸੀਂ ਵਿਕਾਰਾਂ ਦੇ ਵਿੱਚੋਂ ਪਾਰ ਨਿਕਲ ਸਕਦੇ ਹਾਂ। ਗੁਰਮੁਖ ਸਾਇਰ ਪਾਹਣ ਤਾਰੇ।
ਇਹਨੂੰ ਉਚਾਰਨ ਕਰਾਂਗੇ ਸਾਇਰ। ਸਾਇਰ ਦਾ ਮਤਲਬ ਹੈ ਸਮੁੰਦਰ। ਤੇ ਜੇ ਸੱਸੇ ਦੇ ਪੈਰ ਥੱਲੇ ਬਿੰਦੀ ਲਗਾ ਦਿੱਤੀ ਜਾਏ ਸ਼ਾਇਰ, ਤਾਂ ਫਿਰ ਇੱਕ ਬਣ ਜਾਏਗਾ ਕਵੀ। ਸ਼ਾਇਰ ਸ਼ਬਦ ਵੀ ਗੁਰਬਾਣੀ ਦੇ ਵਿੱਚ ਆਇਆ ਹੈ, ਜਿਵੇਂ ਗੁਰੂ ਜੀ ਦਾ ਪਾਵਨ ਬਚਨ ਹੈ, ਨਾਨਕ ਸ਼ਾਇਰ ਏਵ ਕਹਿਤ ਹੈ। ਉੱਥੇ ਸੱਸੇ ਦੇ ਪੈਰ ਥੱਲੇ ਬਿੰਦੀ ਲਾ ਕੇ ਪੜਨਾ, ਉਹਦਾ ਮਤਲਬ ਹੈ ਸ਼ਾਇਰ। ਇੱਥੇ ਸਾਇਰ ਦਾ ਮਤਲਬ ਹੈ ਸਾਗਰ, ਸਮੁੰਦਰ। ਗੁਰਮੁਖ ਸਾਇਰ ਪਾਹਣ ਤਾਰੇ। ਗੁਰਮੁਖ ਦਾ ਮਤਲਬ ਗੁਰੂ ਨੇ। ਗੁਰੂ ਦੇ ਗਿਆਨ ਰਾਹੀਂ, ਗੁਰੂ ਨੇ ਗਿਆਨ ਦੀ ਦਾਤ ਦੇ ਕੇ ਜਿਹੜੇ ਪੱਥਰ ਨੇ, ਪੱਥਰਾਂ ਵਰਗੇ ਜਿਹੜੇ ਇਨਸਾਨ ਨੇ, ਪੱਥਰ ਦਿਲ ਨੇ, ਉਹਨਾਂ ਨੂੰ ਵੀ ਇਸ ਸੰਸਾਰ ਤੋਂ ਉਤਾਰ ਦਿੱਤਾ। ਪੱਥਰ ਦਿਲ ਇਨਸਾਨ ਜਿਹੜੇ ਪੱਥਰ ਵਰਗੇ ਕਠੋਰ ਨੇ, ਅਸੀਂ ਕਹਿ ਦਿੰਦੇ ਨਾ ਕਿ ਫਲਾਂ ਬੰਦਾ ਉਹ ਤੇ ਪੱਥਰ ਹੈ, ਉਹਦਾ ਦਿਲ ਪੱਥਰ ਦਾ ਬਣਿਆ ਹੈ। ਹੁਣ ਦਿਲ ਪੱਥਰ ਦਾ ਤੇ ਨਹੀਂ ਨਾ ਹੁੰਦਾ, ਦਿਲ ਤਾਂ ਮਾਸਪੇਸ਼ੀ ਹੈ, ਉਹ ਤਾਂ ਪੰਪ ਕਰ ਰਿਹਾ ਹੈ ਖੂਨ ਨੂੰ। ਦਿਲ ਪੱਥਰ ਦਾ ਜਦੋਂ ਅਸੀਂ ਕਹਿੰਦੇ ਆ, ਇਹਦਾ ਮਤਲਬ ਕਿ ਉਹਦੀ ਸੋਚ ਬੜੀ ਕਠੋਰ ਹੈ, ਉਹਦੇ ਅੰਦਰ ਕੋਮਲਤਾ ਨਹੀਂ ਹੈ, ਉਹਦੇ ਅੰਦਰ ਦਇਆ ਨਹੀਂ ਹੈ, ਕਠੋਰਤਾ ਹੈ। ਤਾਂ ਇੱਥੇ ਪਾਹਣ ਦਾ ਮਤਲਬ ਹੈ ਜੋ ਪੱਥਰਵਤ ਕਠੋਰ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ, ਇਹ ਬਿਰਤੀਆਂ ਨੇ। ਤਾਂ ਜੋ ਪੱਥਰ ਵਰਗੇ ਕਠੋਰ ਲੋਕ ਸਨ, ਗੁਰੂ ਪਾਤਸ਼ਾਹ ਨੇ ਉਹਨਾਂ ਦਾ ਵੀ ਪਾਰ ਉਤਾਰਾ ਕੀਤਾ। ਔਰ ਇਹ ਸਾਡੇ ਸਾਹਮਣੇ ਦੇਖੋ ਮਿਸਾਲਾਂ ਨੇ। ਸ਼ੇਖ ਸੱਜਣ ਕਿੰਨਾ ਕਠੋਰ ਹਿਰਦਾ ਸੀ ਨਾ, ਆਏ ਗਏ ਮੁਸਾਫਰਾਂ ਨੂੰ ਲੁੱਟਣਾ, ਉਹਨਾਂ ਨੂੰ ਕਤਲ ਕਰ ਦੇਣਾ, ਲਾਸ਼ਾਂ ਖੁਰਦ-ਬੁਰਦ ਕਰ ਦੇਣੀਆਂ, ਇੰਨਾ ਕਠੋਰ ਹਿਰਦਾ। ਕੌਡਾ ਭੀਲ ਹੈ, ਕਿੰਨਾ ਕਠੋਰ ਹਿਰਦਾ ਹੋਏਗਾ, ਲੋਕਾਂ ਨੂੰ ਤੇਲ ਦੇ ਕੜਾਏ ਵਿੱਚ ਤਲ-ਤਲ ਕੇ ਮਾਰਨਾ। ਭੂਮੀਆਂ ਚੋਰ ਹੈ, ਲੋਕਾਂ ਦੀਆਂ ਚੋਰੀਆਂ ਕਰਨੀਆਂ। ਤਾਂ ਕਿੰਨੇ ਕਠੋਰ ਦਿਲ ਸਨ, ਉਹਨਾਂ ਨੂੰ ਹੀ ਪੱਥਰ ਕਹਿੰਦੇ ਨੇ। ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਅੱਜ ਦੇ ਇਸ ਯੁੱਗ ਵਿੱਚ ਵੀ ਪੱਥਰ ਦਿਲ ਇਨਸਾਨ ਆਪ ਨੂੰ ਮਿਲ ਜਾਣਗੇ। ਮਾਸੂਮ ਧੀਆਂ ਦਾ ਕਤਲ ਕਰ ਦੇਣਾ ਪੇਟ ਵਿੱਚ ਹੀ, ਦਾਜ ਦਹੇਜ ਦੀ ਮੰਗ ਕਰਨੀ, ਜਾਂ ਅੱਗਾਂ ਲਾ ਕੇ ਸਾੜਨਾ, ਬੰਬ ਧਮਾਕੇ ਕਰਨੇ, ਜਾਂ 2 ਨੰਬਰ ਦੇ ਧੰਦੇ ਕਰਨੇ, ਰਿਸ਼ਵਤ ਲੈਣੀ, ਜਾਂ ਸਿੰਥੈਟਿਕ ਦੁੱਧ, ਸਿੰਥੈਟਿਕ ਖੋਇਆ ਵਗੈਰਾ ਬਣਾਉਣਾ, ਡੁਪਲੀਕੇਟ ਦਵਾਈਆਂ ਵੇਚਣੀਆਂ, ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਨਾ, ਇਹ ਪੱਥਰ ਹੀ ਤੇ ਹੈ ਨੇ। ਤਾਂ ਗੁਰੂ ਦੇ ਗਿਆਨ ਰਾਹੀਂ ਗੁਰੂ ਨੇ ਜਿਹੜਾ ਹੈ ਪੱਥਰਵਤ ਇਨਸਾਨਾਂ ਨੂੰ ਹੀ ਤਾਰਿਆ ਹੈ, ਸੰਸਾਰ ਦੇ ਅੰਦਰ ਜੀਵਨ ਦਾ ਨਵਾਂ ਰਾਸਤਾ ਦਿੱਤਾ ਹੈ। ਇਸ ਲਈ ਇਹ ਸਿੱਧ ਜਨੋ, ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ, ਸਗੋਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ ਲੋੜ ਹੈ। ਗੁਰਮੁਖ ਕੋਟ 33 ਉਧਾਰੇ। ਇੱਥੇ ਕੋਟ 33 ਦਾ ਮਤਲਬ ਹੈ ਕਿ ਅਨੇਕਾਂ, ਅਣਗਿਣਤ। 33 ਕਰੋੜ ਇੱਥੇ ਸ਼ਬਦ ਮੁਹਾਵਰੇ ਵਜੋਂ ਵਰਤਿਆ ਹੈ। ਜਿਵੇਂ ਅਸੀਂ ਕਹਿ ਦਿੰਦੇ ਨਾ, ਤੇਰੇ ਵਰਗੇ 36 ਵੇਖੇ ਨੇ। ਹੁਣ 36 ਦਾ ਮਤਲਬ ਇਹ ਨਹੀਂ ਕਿ ਤੇਰੇ ਵਰਗੇ 35 ਨਹੀਂ, 35 ਵੀ ਨਹੀਂ ਤੇ 37 ਵੀ ਨਹੀਂ। 36 ਇੱਕ ਮੁਹਾਵਰਾ ਹੈ ਕਿ ਤੇਰੇ ਵਰਗੇ ਬੜੇ ਵੇਖੇ ਨੇ ਦਾ ਮਤਲਬ ਕਿ ਤੇਰੀ ਕੋਈ ਵੈਲਿਊ ਨਹੀਂ ਹੈ, ਬਹੁਤ ਸਾਰੇ ਵੇਖੇ ਨੇ। 36 ਦਾ ਮਤਲਬ ਬਹੁਤ ਸਾਰੇ। ਇੱਥੇ ਕੋਟ 33 ਦਾ ਮਤਲਬ ਹੈ ਅਣਗਿਣਤ, ਅਣਗਿਣਤ ਲੁਕਾਈ। ਤਾਂ ਗੁਰੂ ਜੀ ਕਹਿੰਦੇ ਨੇ ਗੁਰਮੁਖ ਕੋਟ 33 ਉਧਾਰੇ, ਗੁਰੂ ਦੇ ਰਾਹੀਂ ਅਨੇਕਾਂ ਬੇਅੰਤ ਜੀਵ ਤਰੇ ਨੇ, ਵਿਕਾਰਾਂ ਤੋਂ ਬਚੇ ਨੇ। ਇੱਥੇ 33 ਕਰੋੜ ਦੇਵਤਿਆਂ ਦੀ ਗੱਲ ਨਹੀਂ ਹੈ ਕਿ ਗੁਰੂ ਜੀ ਨੇ ਉਹ 33 ਕਰੋੜ ਦੇਵਤੇ ਤਾਰੇ ਨੇ। ਇੱਥੇ 33 ਕਰੋੜ ਦਾ ਮਤਲਬ ਹੈ ਬਹੁ ਗਿਣਤੀ, ਨੇਕ ਬੰਦਾ, ਅਣਗਿਣਤ ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਉਹ ਅਨੇਕਾਂ ਲੋਕ ਤਰ ਜਾਂਦੇ ਨੇ। ਤਾਂ ਗੁਰੂ ਦੇ ਗਿਆਨ ਰਾਹੀਂ ਅਨੇਕਾਂ ਲੋਕਾਂ ਦਾ ਪਾਰ ਉਤਾਰਾ ਹੋਇਆ ਹੈ। ਗੁਰਮੁਖ ਚੂਕੈ ਆਵਣ ਜਾਣ। ਹੁਣ ਆਵਣ ਜਾਣ ਜਾਂ ਆਵਾਗਮਨ, ਇਹਦਾ ਮੀਨਿੰਗ ਆਪਾਂ ਵਿਚਾਰਿਆ ਸੀ ਨਾ, ਜਦੋਂ ਆਪ ਬੋਲੋਗੇ ਤੇ ਮੈਨੂੰ ਪਤਾ ਲੱਗ ਜਾਏਗਾ। ਆਵਾਗਮਨ ਦਾ ਮਤਲਬ ਭਟਕਣਾ। ਗੁਰਮੁਖ ਚੂਕੈ ਆਵਣ ਜਾਣ, ਆਵਣ ਜਾਣ ਦਾ ਮਤਲਬ ਹੈ ਭਟਕਣਾ। ਕਿ ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਬੰਦੇ ਦੀ ਭਟਕਣਾ ਮੁੱਕ ਜਾਂਦੀ ਹੈ, ਬੰਦੇ ਦਾ ਮਨ ਭਟਕਦਾ ਨਹੀਂ ਹੈ। ਹੁਣ ਆਮ ਜੋ ਇਨਸਾਨ ਹੈ, ਇਹਦੀ ਪ੍ਰੋਬਲਮ ਇਹ ਹੈ ਕਿ ਇਹਦਾ ਮਨ ਇੱਕ ਥਾਂ ਤੇ ਟਿਕਦਾ ਨਹੀਂ, ਸੱਚ ਦੇ ਉੱਤੇ ਟਿਕਦਾ ਨਹੀਂ। ਮਨ ਡੋਲ ਜਾਂਦਾ ਨਾ। ਅਸੀਂ ਨਿੱਕੇ ਨਿੱਕੇ ਝੂਠ ਬੋਲ ਦਿੰਦੇ ਆ, ਅਸੀਂ ਕਹਿੰਦੇ ਆ ਕਿ ਸਾਨੂੰ ਪ੍ਰੇਮ ਦੇ ਨਾਲ ਰਹਿਣਾ ਚਾਹੀਦਾ ਹੈ, ਪਰ ਫਿਰ ਸਾਡੇ ਅੰਦਰ ਇੱਕ ਦੂਜੇ ਵਾਸਤੇ ਜੈਲਸੀ ਪੈਦਾ ਹੋ ਜਾਂਦੀ ਹੈ। ਮਨ ਡੋਲ ਗਿਆ ਨਾ, ਭਟਕ ਗਿਆ।
ਸਾਡਾ ਜੀ ਕਰਦਾ ਹੈ ਕਿ ਹਰ ਇੱਕ ਦੇ ਨਾਲ ਨਿਮਰਤਾ ਦੇ ਨਾਲ ਬੋਲਣਾ ਚਾਹੀਦਾ ਹੈ। ਗੁਰੂ ਜੀ ਸਾਨੂੰ ਕਹਿੰਦੇ ਨੇ ਹੰਕਾਰ ਨਾ ਕਰੋ। ਗੁਰੂ ਜੀ ਸਾਨੂੰ ਕਹਿੰਦੇ ਨੇ ਨਿਮਰਤਾ ਵਿੱਚ ਰਹੋਗੇ ਤਾਂ ਰੱਬ ਦੇ ਨਾਲ ਮਿਲ ਜਾਓਗੇ। ਜਿਵੇਂ ਅਸੀਂ ਭਗਤ ਕਬੀਰ ਜੀ ਦੇ ਸ਼ਲੋਕ ਸੁਣਦੇ ਆ ਨਾ, ਕਬੀਰ ਰੋੜਾ ਹੋਏ ਰੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਜੀ ਕਹਿੰਦੇ ਨੇ ਆਪਣੇ ਮਨ ਦਾ ਹੰਕਾਰ ਛੱਡ, ਕਿਸ ਦੇ ਰਾਸਤੇ ਦੀ ਚੱਟਾਨ ਨਾ ਬਣ, ਪਹਾੜ ਨਾ ਬਣ, ਨਿੱਕਾ ਜਿਹਾ ਰੋੜਾ ਬਣ ਜਾ। ਮਨ ਦਾ ਹੰਕਾਰ ਛੱਡ ਦੇ, ਐਸੇ ਇਨਸਾਨ ਨੂੰ ਰੱਬ ਮਿਲ ਜਾਂਦਾ ਹੈ। ਤੇ ਫਿਰ ਆਪ ਕਹਿੰਦੇ ਨੇ ਵੀ ਰੋੜੇ ਵਿੱਚ ਕਮੀ ਹੈ ਥੋੜੀ ਜੀ, ਹੈ ਤਾਂ ਨਿੱਕਾ, ਹੰਕਾਰ ਤਾਂ ਛੱਡ ਦਿੱਤਾ ਹੈ, ਪਰ ਕਠੋਰਤਾ ਅੰਦਰੋਂ ਨਹੀਂ ਗਈ, ਕਠੋਰ ਹੈ। ਕਬੀਰ ਰੋੜਾ ਹੁਆ ਤੋ ਕਿਆ ਪਿਆ, ਪੰਥੀ ਕੋ ਦੁੱਖ ਦੇ, ਆਏ ਗਏ ਨੂੰ ਠੁੱਡਾ ਵੱਜੇਗਾ ਤੇ ਠੁੱਡਾ ਵੱਜਣ ਦੇ ਨਾਲ ਫਿਰ ਪੈਰ ਫੱਟਿਆ ਜਾਏਗਾ। ਇਸ ਲਈ ਆਣ ਜਾਣ ਵਾਲੇ ਨੂੰ ਦੁੱਖ ਹੋਏਗਾ। ਇਸ ਲਈ ਰੋੜਾ ਵੀ ਠੀਕ ਨਹੀਂ ਹੈ। ਇਸ ਕਠੋਰਤਾ ਨੂੰ ਵੀ ਛੱਡ, ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ। ਖੇ ਦਾ ਮਤਲਬ ਜਿਵੇਂ ਮਿੱਟੀ ਹੁੰਦੀ ਹੈ, ਤਾਂ ਮਿੱਟੀ ਤੇ ਤੁਰਿਆ ਸੱਟ ਨਹੀਂ ਲੱਗਦੀ, ਪੈਰਾਂ ਨੂੰ ਠੁੱਡਾ ਨਹੀਂ ਲੱਗਦਾ, ਪੈਰਾਂ ਨੂੰ ਚੋਟ ਨਹੀਂ ਲੱਗੇਗੀ। ਇਸ ਲਈ ਆਪਣੇ ਹੰਕਾਰ ਨੂੰ ਔਰ ਕਠੋਰਤਾ ਨੂੰ ਵੀ ਤਿਆਗ। ਪਰ ਮਿੱਟੀ ਦੇ ਵਿੱਚ ਇੱਕ ਕਮੀ ਹੋਰ ਰਹਿ ਜਾਂਦੀ ਹੈ। ਮਿੱਟੀ ਉਦੋਂ ਤੱਕ ਪੈਰਾਂ ਵਿੱਚ ਜਦੋਂ ਤੱਕ ਹਵਾ ਨਹੀਂ ਮਿਲਦੀ। ਜਦੋਂ ਥੋੜੀ ਜਿਹੀ ਹਵਾ ਮਿਲਦੀ ਹੈ ਤੇ ਮਿੱਟੀ ਉੱਡ ਕੇ ਕੱਪੜਿਆਂ ਤੇ ਪੈਂਦੀ ਹੈ, ਸਰੀਰ ਤੇ ਪੈਂਦੀ ਹੈ, ਸਰੀਰ ਨੂੰ ਕੱਪੜਿਆਂ ਨੂੰ ਗੰਦਾ ਕਰਦੀ ਹੈ ਨਾ, ਮੈਲ ਲਾਂਦੀ ਹੈ। ਕਬੀਰ ਖੇਹ ਹੋਈ ਤੋ ਕਿਆ ਪਿਆ, ਜੋ ਉੱਡ ਲਾਗੇ। ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਹੋਰ ਤੇਰੇ ਅੰਦਰ ਚਾਹੀਦਾ ਹੈ ਕਿ ਤੂੰ ਕਿਸੇ ਨੂੰ ਮੈਲਾ ਨਾ ਕਰੇ, ਕਿਸੇ ਦੀ ਦਾਗ ਧੱਬਾ ਨਾ ਲਾਏ, ਕਿਸੇ ਨੂੰ ਦੁੱਖ ਨਾ ਹੋਵੇ ਇੰਨਾ ਵੀ ਕਿ ਤੇਰੇ ਕਰਕੇ ਕਿਸੇ ਨੂੰ ਪਰੇਸ਼ਾਨੀ ਹੋਏ। ਇਸ ਲਈ ਹਰੀ ਦਾ ਜਨ ਜਿਹੜਾ ਪਾਣੀ ਵਰਗਾ ਚਾਹੀਦਾ। ਪਾਣੀ ਸਗੋਂ ਮਿੱਟੀ ਨੂੰ ਸਾਫ਼ ਕਰਦਾ ਹੈ। ਪਾਣੀ ਦੇ ਵਿੱਚ ਨਿਮਰਤਾ ਹੁੰਦੀ ਹੈ, ਪਾਣੀ ਨੀਵੇਂ ਪਾਸੇ ਤੁਰਦਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਹਾਲੇ ਵੀ ਨਾ ਇੱਕ ਕਮੀ ਰਹਿ ਗਈ ਹੈ ਥੋੜੀ ਜੀ। ਠੀਕ ਹੈ, ਪਾਣੀ ਨਾਲ ਠੁੱਡਾ ਵੀ ਨਹੀਂ ਲੱਗਦਾ, ਪਾਣੀ ਦੇ ਨਾਲ ਮਿੱਟੀ ਵੀ ਸਗੋਂ ਲਹਿ ਜਾਂਦੀ ਹੈ, ਪਾਣੀ ਸ਼ੀਤਲ ਵੀ ਹੈ, ਨੀਵੇਂ ਪਾਸੇ ਵੀ ਤੁਰਦਾ ਹੈ। ਪਰ ਪਾਣੀ ਜਿਹੜਾ ਹੈ ਹਾਲਾਤ ਮੁਤਾਬਕ ਬਦਲ ਜਾਂਦਾ ਹੈ। ਕਬੀਰ ਪਾਣੀ ਹੁਆ ਤੋ ਕਿਆ ਪਿਆ, ਸੀਰਾ ਤਾਤਾ ਹੋਏ। ਜੇ ਇਹਨੂੰ ਧੁੱਪੇ ਰੱਖੀਏ ਗਰਮ ਹੋ ਜਾਂਦਾ ਹੈ, ਛਾਵੇਂ ਰੱਖੀਏ ਠੰਡਾ ਹੋ ਜਾਂਦਾ ਹੈ। ਸੁਭਾਅ ਵਿੱਚ ਸਥਿਰਤਾ ਨਹੀਂ ਹੈ ਨਾ, ਕਦੇ ਠੰਡਾ ਹੋ ਗਿਆ ਕਦੇ ਗਰਮ ਹੋ ਗਿਆ। ਤਾਂ ਇਹ ਕਮੀ ਵੀ ਤੇਰੇ ਵਿੱਚ ਨਾ ਹੋਏ। ਜੇ ਤੈਨੂੰ ਕਿਸੇ ਨੇ ਸਿਫਤ ਕੀਤੀ ਤੇ ਠੰਡਾ ਠਾਰ ਹੋ ਗਿਆ, ਤੇ ਜੇ ਕੋਈ ਮਾੜਾ ਜਿਹਾ ਵਿਰੋਧ ਵਿੱਚ ਬੋਲਿਆ ਤੇ ਫਿਰ ਗੁੱਸੇ ਦੇ ਨਾਲ ਤਪ ਗਿਆ, ਪ੍ਰੋਬਲਮ ਹੈ ਨਾ। ਤਾਂ ਕਬੀਰ ਜੀ ਕਹਿੰਦੇ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਪਿਆਰਾ ਤੇ ਰੱਬ ਵਰਗਾ ਹੀ ਬਣ ਜਾਂਦਾ। ਇਸ ਲਈ ਇਹ ਭਟਕਣਾ ਹੈ ਨਾ, ਕਿ ਅਸੀਂ ਭਟਕਦੇ ਹਾਂ, ਸਾਡਾ ਮਨ ਭਟਕਦਾ ਹੈ। ਸੱਚ ਨਾਲੋਂ ਕਦੀ ਅਸੀਂ ਟੁੱਟ ਜਾਂਦੇ ਹਾਂ, ਪ੍ਰੇਮ ਨਾਲੋਂ ਕਦੀ ਟੁੱਟ ਜਾਂਦਾ ਹੈ, ਮਨ ਅੰਦਰ ਕਦੇ ਈਰਖਾ ਆ ਜਾਂਦੀ ਹੈ, ਕਦੇ ਹੰਕਾਰ ਆ ਜਾਂਦਾ ਹੈ, ਕਦੇ ਅੰਦਰ ਕਾਮ ਵਾਸਨਾਵਾਂ ਜਾਗ ਜਾਂਦੀਆਂ ਨੇ, ਕਦੇ ਕ੍ਰੋਧ ਦੇ ਨਾਲ ਅਸੀਂ ਭਰ ਜਾਂਦੇ ਹਾਂ, ਕਦੇ ਲੋਭ ਵਾਲੀਆਂ ਬਿਰਤੀਆਂ ਆ ਜਾਂਦੀਆਂ ਨੇ। ਮਨ ਥਿਰ ਨਹੀਂ ਹੈ ਨਾ। ਇਸੇ ਨੂੰ ਆਮਣ ਜਾਣ ਕਹਿੰਦੇ ਨੇ, ਇਸੇ ਨੂੰ ਭਟਕਣਾ ਕਹਿੰਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਨਾ, ਗੁਰੂ ਅੱਗੇ ਆਤਮ ਸਮਰਪਣ ਕਰ ਦਿੰਦਾ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਤਾਂ ਉਹਦਾ ਫਿਰ ਇਹ ਭਟਕਣਾ ਮੁੱਕ ਜਾਂਦੀ ਹੈ। ਉਹਦਾ ਮਨ ਫਿਰ ਭਟਕਦਾ ਨਹੀਂ, ਉਹ ਸੱਚ ਦੇ ਅੰਦਰ ਟਿਕ ਜਾਂਦਾ ਹੈ। ਨਾ ਉਹ ਲਾਲਚ ਕਰਕੇ ਭਟਕਦਾ ਹੈ, ਨਾ ਉਹ ਡਰ ਕਰਕੇ ਭਟਕਦਾ ਹੈ। ਜਿਵੇਂ ਸਾਡੇ ਸ਼ਹੀਦ ਸਿੰਘ ਨੇ, ਤਾਂ ਭਟਕਾਉਣ ਦਾ ਯਤਨ ਤੇ ਕੀਤਾ ਗਿਆ ਹੈ ਕਿ ਤੁਹਾਨੂੰ ਰਾਜ ਭਾਗ ਦੇ ਦਿਆਂਗੇ, ਛੱਡ ਦਿਓ ਸੱਚ ਨੂੰ, ਤਾਂ ਉਹਨਾਂ ਦਾ ਮਨ ਭਟਕਦਾ ਨਹੀਂ ਨਾ। ਉਹਨਾਂ ਨੂੰ ਕਿਹਾ ਜਾਂਦਾ ਤੁਹਾਨੂੰ ਕਤਲ ਕਰ ਦਿਆਂਗੇ, ਮਾਰ ਦਿਆਂਗੇ, ਆਰਿਆਂ ਨਾਲ ਚੀਰ ਦਿਆਂਗੇ, ਚਰਖੜੀ ਤੇ ਚੜਾ ਦਿਆਂਗੇ, ਤੁੰਬਾ ਡਾ ਦਿਆਂਗੇ, ਲੇਕਿਨ ਉਹਨਾਂ ਦਾ ਮਨ ਭਟਕਦਾ ਨਹੀਂ, ਡਰਦੇ ਨਹੀਂ ਉਹ। ਇਸੇ ਨੂੰ ਭਟਕਣਾ ਮੁੱਕਦਾ ਨਹੀਂ। ਤਾਂ ਇਹ ਸਿੱਧੋ ਸੰਸਾਰ ਛੱਡਣ ਦੀ ਲੋੜ ਨਹੀਂ, ਗੁਫਾਵਾਂ ਵਿੱਚ ਵੜਨ ਦੀ, ਪਹਾੜਾਂ ਤੇ ਚੜਨ ਦੀ, ਸਮਾਧੀਆਂ ਲਾਉਣ ਦੀ, ਕੰਨ ਪੜਵਾਉਣ ਦੀ, ਅਭੇਖ ਧਾਰਨ ਕਰਨ ਦੀ ਜ਼ਰੂਰਤ ਨਹੀਂ। ਗੁਰੂ ਦੇ ਗਿਆਨ ਦੀ ਜ਼ਰੂਰਤ ਹੈ, ਕਾਮਨ ਸੈਂਸ ਦੀ ਲੋੜ ਹੈ, ਵਿਵੇਕ ਬੁੱਧ ਦੀ ਜ਼ਰੂਰਤ ਹੈ। ਇਸ ਲਈ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹਨਾਂ ਦੀ ਜ਼ਿੰਦਗੀ ਦੀ ਭਟਕਣਾ ਮੁੱਕ ਜਾਂਦੀ ਹੈ। ਉਹ ਐਵੇਂ ਬਾਹਰ ਵਿਚਾਰਾ ਭਟਕਦੇ ਫਿਰਦੇ ਨਹੀਂ ਹਨ। ਗੁਰਮੁਖ ਦਰਗਾਹ ਪਾਵੇ ਮਾਨ। ਗੁਰੂ ਦੇ ਦੱਸੇ ਰਾਹਾਂ ਵਾਲਾ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਪ੍ਰਾਣੀ ਜੋ ਹੈ, ਉਹ ਰੱਬੀ ਦਰਗਾਹ ਵਿੱਚ ਮਾਣ ਪਾਉਂਦਾ ਹੈ। ਤੇ ਹੁਣ ਰੱਬੀ ਦਰਗਾਹ ਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਰਹੀ ਨਾ।
ਕਿਉਂਕਿ ਰੱਬ ਦੀ ਦਰਗਾਹ ਕਿੱਥੇ ਹੈ? ਜਿੱਥੇ ਰੱਬ ਹੈ ਉਹ ਵੀ ਰੱਬ ਦੀ ਦਰਗਾਹ ਹੋਏਗੀ ਨਾ। ਇਹ ਰੱਬ ਕਿੱਥੇ ਹੈ? ਰੱਬ ਸਾਰੀ ਕੁਦਰਤ ਵਿੱਚ ਹੈ, ਕੁਦਰਤ ਕਰਕੇ ਵਸਿਆ ਸੋਏ। ਰੱਬ ਸਾਡੇ ਸਾਰਿਆਂ ਦੇ ਅੰਦਰ ਵਸਦਾ ਹੈ, ਹਿਰਦੇ ਵਿੱਚ ਵਸਦਾ ਹੈ। ਤਾਂ ਰੱਬੀ ਹਜ਼ੂਰੀ ਦੇ ਅੰਦਰ ਉਹ ਮਾਣ ਪਾਉਂਦਾ ਹੈ। ਦੇਖੋ, ਦੋ ਤਿੰਨ ਚੀਜ਼ਾਂ ਨੇ। ਜਿਵੇਂ ਹੁਣ ਮੈਂ ਆਪ ਜੀ ਦੇ ਨਾਲ ਗੱਲਬਾਤ ਕਰ ਰਿਹਾ, ਤਾਂ ਗੱਲਾਂ ਬਾਤਾਂ ਤਾਂ ਬੜੀਆਂ ਸੋਹਣੀਆਂ ਕਰ ਰਿਹਾ, ਗੁਰਬਾਣੀ ਦੀਆਂ ਗੱਲਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇੱਕ ਸੱਚਾਈ ਹੈ। ਤੇ ਜੇ ਮੈਂ ਆਪਣੇ ਆਪ ਤੋਂ ਪੁੱਛਾਂ ਕਿ ਕੀ ਮੈਂ ਇਹਨਾਂ ਗੱਲਾਂ ਤੇ ਪੂਰਾ ਉਤਰਦਾ, ਮੇਰੀ ਅੰਦਰੋਂ ਸੋਚ ਇਸੇ ਤਰ੍ਹਾਂ ਹੀ ਹੈ, ਮੈਂ ਇਹਨਾਂ ਗੱਲਾਂ ਤੇ ਅਮਲ ਕਰਦਾ ਆਪ। ਜੇ ਤੇ ਅੰਦਰੋਂ ਜ਼ਮੀਰ ਦੀ ਆਵਾਜ਼ ਆ ਜਾਏ ਨਾ, ਇਮਾਨਦਾਰੀ ਨਾਲ, ਮੈਂ ਬੇਈਮਾਨੀ ਨਾ ਕਰਾਂ ਆਪਣੇ ਨਾਲ, ਇਮਾਨਦਾਰੀ ਨਾਲ ਜੇ ਆਵਾਜ਼ ਆ ਜਾਏ ਕਿ ਹਾਂ ਮੈਂ ਜ਼ਿੰਦਗੀ ਜੀ ਰਿਹਾ ਹਾਂ ਐਸੀ, ਬਿਲਕੁਲ, ਤਾਂ ਮੈਨੂੰ ਮਾਣ ਮਿਲ ਗਿਆ ਨਾ ਅੰਦਰ। ਤੇ ਜੇ ਮੇਰੇ ਅੰਦਰੋਂ ਆਵਾਜ਼ ਆਏ ਵੀ ਮੈਂ ਐਵੇਂ ਦਾ ਹੈ ਤੇ ਨਹੀਂ, ਤਾਂ ਮਾਣ ਨਾ ਮਿਲਿਆ। ਸੰਸਾਰ ਵਿੱਚ ਵੀ ਮੇਰੇ ਜੀਵਨ ਨੂੰ ਲੋਕਾਂ ਨੇ ਵੇਖਣਾ ਹੈ, ਤੁਹਾਡੇ ਜੀਵਨ ਨੂੰ ਵੇਖਣਾ ਹੈ। ਤਾਂ ਜਿਹੜੇ ਰੱਬੀ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ ਵਾਲੇ ਨੇ ਨਾ, ਉਹ ਇਸ ਸੰਸਾਰ ਦੇ ਅੰਦਰ ਰੱਬ ਦੀ ਹਜ਼ੂਰੀ ਦੇ ਅੰਦਰ ਮਾਣ ਪਾਉਂਦੇ ਨੇ, ਹਰ ਥਾਂ ਤੇ ਮਾਣ ਪਾਉਂਦੇ ਨੇ, ਕਿਉਂਕਿ ਰੱਬ ਹਰ ਥਾਂ ਤੇ ਹੈ ਨਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਬਹੁਤ ਸਾਰੇ ਵੀਰ ਭੈਣਾਂ ਆਪ ਦੇ ਸੰਪਰਕ ਵਿੱਚ ਆਏ ਹੋਣਗੇ, ਤੁਸੀਂ ਖੁਦ ਵੀ ਐਸੇ ਹੋ ਸਕਦੇ ਹੋ ਕਿ ਜਿਨ੍ਹਾਂ ਨੂੰ ਹਰ ਥਾਂ ਤੇ ਮਾਣ ਆਦਰ ਮਿਲਦਾ ਹੈ, ਜੋ ਬੜੇ ਚੰਗੇ ਇਨਸਾਨ ਨੇ, ਮਿਲ ਜਾਂਦੇ ਨੇ ਜ਼ਿੰਦਗੀ ਵਿੱਚ, ਕਿਉਂਕਿ ਹੈਨ ਵਿਰਲੇ ਨਾ ਹੀ ਕਣੇ ਫੈਲ ਫਕਰ ਸੰਸਾਰ। ਤਾਂ ਇਹ ਜੋਗੀ ਜਨੋ, ਰੱਬੀ ਦਰਗਾਹ ਵਿੱਚ ਮਾਣ ਪਾਉਣ ਵਾਸਤੇ ਸਮਾਧੀਆਂ ਦੀ ਲੋੜ ਨਹੀਂ ਕਿ ਸਮਾਧੀ ਲਾਉਣ ਵਾਲਾ ਮਾਣ ਪਾਏਗਾ, ਕਿ ਸੰਸਾਰ ਨੂੰ, ਗ੍ਰਸਤ ਨੂੰ ਤਿਆਗਣ ਵਾਲਾ ਮਾਣ ਪਾਏਗਾ। ਸਾਡੀ ਜ਼ਿੰਦਗੀ ਚੋਂ ਦੇਖੋ, ਇਹ ਭਰਮ ਭੁਲੇਖੇ ਨਿਕਲਣੇ ਚਾਹੀਦੇ ਨੇ। ਅਸੀਂ ਇਹੀ ਸਮਝਦੇ ਹਾਂ ਕਿ ਸ਼ਾਇਦ ਤਿਆਗੀ ਹੀ ਮਾਣ ਪਾਣਗੇ ਜੀ, ਸਮਾਧੀਆਂ ਲਾਉਣ ਵਾਲੇ ਮਾਣ ਪਾਣਗੇ, ਜਾਂ ਜਿਨ੍ਹਾਂ ਦੇ ਵਿਸ਼ੇਸ਼ ਕਿਸਮ ਦੇ ਪਹਿਨਾਵੇ ਨੇ ਉਹ ਮਾਣ ਪਾਣਗੇ। ਨਾ, ਰੱਬੀ ਦਰਗਾਹ ਵਿੱਚ ਮਾਣ ਉਹ ਪਾਏਗਾ ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਜੋ ਆਪਾਂ ਪਿੱਛੇ ਇਸ ਪਾਵਨ ਬਾਣੀ ਦੇ ਵਿੱਚ ਵਿਚਾਰਿਆ। ਗੁਰਮੁਖ ਖੋਟੇ ਖਰੇ ਪਛਾਣ। ਹੁਣ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ ਨਾ, ਜੋ ਗੁਰੂ ਤੋਂ ਗਿਆਨ ਦੀ ਦਾਤ ਲੈਂਦਾ ਹੈ, ਜਿਹਨੂੰ ਵਿਵੇਕ ਬੁੱਧ ਮਿਲ ਗਈ, ਉਹਦੀ ਨਿਸ਼ਾਨੀ ਕੀ ਹੈ? ਖੋਟੇ ਖਰੇ ਪਛਾਣ। ਉਹ ਖੋਟਿਆਂ ਔਰ ਖਰਿਆਂ ਦੀ ਪਛਾਣ ਕਰ ਲੈਂਦਾ ਹੈ, ਕੀ ਖੋਟ ਹੈ ਔਰ ਕੀ ਖਰਾ ਹੈ। ਦੇਖੋ, ਇਸ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ, ਲੋਕ ਡੁਪਲੀਕੇਟ ਕਰੰਸੀ ਬਣਾ ਲੈਂਦੇ ਨੇ, ਤੇ ਡੁਪਲੀਕੇਟ ਕਰੰਸੀ ਦਾ ਕਾਗਜ਼ ਵੀ ਉਨਾ ਹੀ ਹੁੰਦਾ ਹੈ, ਜੋ ਕੁਛ ਆਮ ਨੋਟ ਤੇ ਲਿਖਿਆ ਹੈ, ਲਿਖਿਆ ਵੀ ਉਹਦੇ ਉੱਤੇ ਹੀ ਹੁੰਦਾ ਹੈ। ਤੇ ਆਮ ਬੰਦਾ ਜਿਹੜਾ ਨਾ, ਉਹ ਵਿਚਾਰਾ ਨਹੀਂ ਪਛਾਣ ਪਾਉਂਦਾ, ਉਹ ਨਹੀਂ ਪਛਾਣ ਪਾਉਂਦਾ। ਤੇ ਜਦੋਂ ਉਹ ਪਾਰਖੂ ਦੀ ਦ੍ਰਿਸ਼ਟੀ ਵਿੱਚ ਜਾਂਦੀ ਹੈ, ਤਾਂ ਹੁਣ ਬੈਂਕਾਂ ਵਿੱਚ ਜਾਈਏ, ਉਹ ਪੈਨ ਜਿਹਾ ਲਾ ਕੇ ਵਹਿੰਦੇ ਨੇ ਨਾ 20 ਦੇ ਨੋਟ ਤੇ, ਜੇ ਕਈ ਵਾਰ ਡੁਪਲੀਕੇਟ ਹੋਏ ਤੇ ਨਹੀਂ ਲੈਣਗੇ ਉਹ। ਤੇ ਖਰੇ ਨੂੰ ਖਜ਼ਾਨੇ ਵਿੱਚ ਪਾ ਲਿਆ ਜਾਂਦਾ, ਡੁਪਲੀਕੇਟ ਨੂੰ ਨਹੀਂ। ਡੁਪਲੀਕੇਟ ਕਰੰਸੀ ਜਿੰਨੀ ਮਰਜ਼ੀ ਲਈ ਫਿਰੋ, ਉਹ ਚੱਲੇਗੀ ਨਹੀਂ। ਇਸੇ ਤਰ੍ਹਾਂ ਇਸ ਦੁਨੀਆ ਦੇ ਅੰਦਰ ਵੀ ਕੁਝ ਲੋਕ ਖਰੇ ਨੇ, ਕੁਝ ਡੁਪਲੀਕੇਟ ਨੇ। ਖਰੇ ਉਹ ਨੇ ਜੋ ਅੰਦਰੋਂ ਬਾਹਰੋਂ ਇੱਕ ਨੇ, ਜੋ ਕਥਨੀ ਕਰਨੀ ਦੇ ਪੂਰੇ ਨੇ। ਜਿਹੜੇ ਕਥਨੀ ਔਰ ਕਰਨੀ ਦੇ ਪੂਰੇ ਨਹੀਂ, ਕਹਿੰਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ, ਉਹ ਨੇ ਖੋਟੇ। ਤੇ ਖਰੇ ਖਜ਼ਾਨੇ ਵਿੱਚ ਪੈ ਜਾਂਦੇ ਨੇ, ਖੋਟਿਆਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀਆਂ ਬਾਹਰ-ਬਾਹਰ। ਹੁਣ ਖਜ਼ਾਨਾ ਕਿਹੜਾ ਹੈ? ਉਹ ਅੰਤਰਾਤਮੇ ਸੱਚ ਦੇ ਨਾਲ ਟਿਕ ਜਾਂਦੇ ਨੇ, ਉਹਨਾਂ ਦੀ ਸੁਰਤ ਸੱਚ ਵਿੱਚ ਮਿਲ ਜਾਂਦੀ ਹੈ। ਤੇ ਜਿਹੜੇ ਗੁਰਮਤਿ ਆਸ਼ੇ ਅਨੁਸਾਰ ਮਨ ਬਚਨ ਕਰਮ ਦੇ ਧਾਰਨੀ ਨਹੀਂ ਹਨ, ਉਹ ਬਾਹਰ ਭਟਕਦੇ ਫਿਰਦੇ ਨੇ। ਤਾਂ ਗੁਰੂ ਦੇ ਦਿੱਤੇ ਗਿਆਨ ਮੁਤਾਬਕ ਜੋ ਜ਼ਿੰਦਗੀ ਜੀ ਰਿਹਾ ਹੈ, ਉਹਨੂੰ ਖੋਟੇ ਖਰੇ ਦੀ ਪਛਾਣ ਹੋ ਜਾਂਦੀ ਹੈ। ਇਹ ਖਾਸ ਨੁਕਤਾ ਹੈ ਸਾਡੇ ਵਾਸਤੇ ਕਿ ਅਸੀਂ ਗੁਰੂ ਦੇ ਗਿਆਨ ਰਾਹੀਂ ਖੋਟੇ ਔਰ ਖਰੇ ਦੀ ਪਛਾਣ ਖੁਦ ਕਰਨੀ ਹੈ, ਆਪ ਕਰਨੀ ਹੈ। ਗੁਰੂ ਨੇ ਸਾਨੂੰ ਗਿਆਨ ਦੀ ਦਾਤ ਦੇਣੀ, ਗੁਰੂ ਨੇ ਸਾਨੂੰ ਪਰਖ ਵਾਲੀ ਮੱਤ ਦੇਣੀ ਹੈ, ਤੇ ਪਰਖਣਾ ਅਸੀਂ ਆਪ ਹੈ, ਗੁਰੂ ਦੇ ਗਿਆਨ ਦੀ ਕਸਵੱਟੀ ਤੇ, ਗੁਰਬਾਣੀ ਦੀ ਕਸਵੱਟੀ ਤੇ। ਕਿ ਕਿਹੜੀ ਸ਼ੈ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ, ਉਹ ਅਸੀਂ ਆਪਣੇ ਖਜ਼ਾਨੇ ਪਾ ਲੈਣੀ ਹੈ। ਜਿਹੜੀ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਪੂਰੀ ਉਤਰਦੀ, ਉੱਪਰ ਹੀ ਸੁੱਟ ਦੇਣੀ ਗੱਲ, ਉਹਨੂੰ ਛੱਡ ਦੇਣਾ ਹੈ, ਉਸ ਕਰਮ ਨੂੰ ਛੱਡ ਦੇਣਾ ਹੈ। ਖੋਟੇ ਖਰੇ ਦੀ ਪਛਾਣ ਆਪ ਪੈਦਾ ਕਰਨੀ ਹੈ।
ਬਾਣੀ ਪੜਨ ਦਾ ਤਾਂ ਲਾਭ ਹੈ, ਗੁਰਬਾਣੀ ਦੇ ਗਿਆਨ ਦੀ ਇਹ ਨਿਸ਼ਾਨੀ ਹੈ ਕਿ ਉਹਨੂੰ ਖੋਟੇ ਖਰੇ ਦੀ ਪਛਾਣ ਹੋ ਜਾਏਗੀ। ਤੇ ਦੇਖੋ, ਜੇ ਕੋਈ ਖੋਟੀ ਕਰੰਸੀ, ਖੋਟਾ ਨੋਟ, ਡੁਪਲੀਕੇਟ ਕਰੰਸੀ, ਨਕਲੀ ਨੋਟ ਤੁਹਾਨੂੰ ਦਵੇ ਔਰ ਤੁਹਾਨੂੰ ਪਤਾ ਹੋਏ ਕਿ ਇਹ ਨਕਲੀ ਨੋਟ ਹੈ, ਤਾਂ ਕੀ ਉਹ ਰੱਖ ਲੋਗੇ? ਜੇ ਕੋਈ ਤੁਹਾਨੂੰ 50 ਪਾਉਂਡ ਦਾ ਨੋਟ ਦਵੇ ਔਰ ਹੋਵੇ ਨਕਲੀ, ਤੇ ਕੀ ਤੁਸੀਂ ਉਹਦੇ ਖੁੱਲੇ ਪੈਸੇ ਦੇ ਦਿਓਗੇ? ਨਹੀਂ ਦੋਗੇ, ਤੁਸੀਂ ਕਹੋਗੇ ਨਕਲੀ ਹੈ। ਤੇ ਜੇ ਉਹ ਕੋਈ ਤੁਹਾਡਾ ਖਾਸ ਬੰਦਾ ਵੀ ਹੋਵੇ ਤਾਂ ਕੀ ਫਿਰ ਤੁਸੀਂ ਉਹਨੂੰ ਦੇ ਦਿਓਗੇ? ਫਿਰ ਵੀ ਨਹੀਂ ਦੋਗੇ, ਤੁਸੀਂ ਕਹੋਗੇ ਭਰਾਵਾ ਇੰਜ ਕਰ, 50 ਦੀ ਬਜਾਏ ਮੇਰੇ ਤੋਂ 100 ਲੈ ਜਾ, ਵਾਪਸ ਮੈਨੂੰ ਕਰ ਦਵੀਂ, ਪਰ ਇਹ ਤੇਰਾ ਨੋਟ ਨਕਲੀ ਹੈ, ਇਹਦੇ ਬਦਲੇ ਤੈਨੂੰ ਪੈਸੇ ਮੈਂ ਨਹੀਂ ਦੇ ਸਕਦਾ। ਜਿੰਨੀ ਮਰਜ਼ੀ ਵੱਡੀ ਹਸਤੀ ਹੋਵੇ, ਕੋਈ ਪੜ੍ਹਿਆ ਹੋਵੇ, ਕੋਈ ਅਨਪੜ੍ਹ ਹੋਵੇ, ਬੇਸ਼ੱਕ ਕੋਈ ਬਾਬਾ ਵੀ ਕਿਉਂ ਨਾ ਹੋਵੇ, ਤੁਸੀਂ ਕਹੋਗੇ ਬਾਬਾ ਜੀ ਇਹ ਨੋਟ ਤੇ ਨਕਲੀ ਹੈ। ਜੇ ਕੋਈ ਬਾਬਾ 10,000 ਦੇ ਪਾਉਂਡ ਨਕਲੀ ਦੇਵੇ ਤੇ ਕਵੇ ਕਿ ਆ ਲਓ ਵੀ ਇਹ ਤੁਸੀਂ ਮੈਨੂੰ ਬਾਅਦ ਵਿੱਚ ਇੰਡੀਆ ਭੇਜ ਦਿਓ ਦੇ ਪੈਸੇ, ਤਾਂ ਕੀ ਰੱਖ ਲੋਗੇ ਕਿ ਸਾਡੇ ਵੱਡੇ ਮਹਾਂਪੁਰਸ਼ ਨੇ ਉਹ ਨਕਲੀ ਨੋਟ ਦੇ ਗਏ ਨੇ? ਐਵੇਂ ਨਹੀਂ, ਤੁਸੀਂ ਕਹੋਗੇ ਬਾਬਾ ਜੀ ਵੈਸੇ ਭੇਜ ਦੇਵਾਂਗੇ ਅਸੀਂ ਪੈਸੇ, ਪਰ ਇਹ ਨਕਲੀ ਨੇ, ਇਹ ਆਪਣੇ ਕੋਲ ਹੀ ਰੱਖੋ, ਕਿਉਂਕਿ ਨਕਲੀਆਂ ਦਾ ਅਸਾਂ ਕਰਨਾ ਹੈ। ਸਾਡਾ ਪਿਓ ਵੀ ਕਵੇ ਤੇ ਅਸੀਂ ਆਪਣੇ ਪਿਤਾ ਨੂੰ ਵੀ ਕਵਾਂਗੇ ਕਿ ਪਿਤਾ ਜੀ ਤੁਸੀਂ ਠੱਗੇ ਗਏ ਹੋ, ਨਕਲੀ ਆ, ਤੁਸੀਂ ਫੜੋ, ਅਸਲੀ ਲਓ ਤੇ ਇਹਨੂੰ ਸੁੱਟੋ ਪਰਾਂ। ਨਕਲੀ ਨੂੰ ਕੋਈ ਜੇਬ ਵਿੱਚ ਨਹੀਂ ਪਾਏਗਾ। ਇਸ ਲਈ ਧਰਮ ਦੀ ਦੁਨੀਆ ਵਿੱਚ ਅਸੀਂ ਇਹ ਚੀਜ਼ ਨਹੀਂ ਵਰਤਦੇ। ਧਰਮ ਦੀ ਦੁਨੀਆ ਵਿੱਚ ਅਸੀਂ ਇਹ ਕਹਿੰਦੇ ਆ ਕਿ ਸਾਡੇ ਵੱਡੇ ਮਹਾਂਪੁਰਸ਼ ਨੇ ਕਹੀ ਸੀ, ਇਸ ਕਰਕੇ ਗੱਲ ਠੀਕ ਹੈ, ਜਾਂ ਫਲਾਣੇ ਭਾਈ ਨੇ ਕਹਿਤੀ, ਪ੍ਰਚਾਰਕ ਨੇ ਕਹਿਤੀ। ਹੁਣ ਜਿੰਨਾ ਮਰਜ਼ੀ ਕੋਈ ਵੱਡੀ ਹਸਤੀ ਹੋਵੇ, ਜੇ ਉਹ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਜੇ ਉਹ ਚੀਜ਼ ਖਰੀ ਨਹੀਂ, ਤਾਂ ਉਹਨੂੰ ਛੱਡ ਦੇਣਾ ਚਾਹੀਦਾ ਹੈ। ਖੋਟੇ ਖਰੇ ਦੀ ਪਛਾਣ ਪੈਦਾ ਕਰਨੀ ਹੈ, ਮੇਨ ਚੀਜ਼ ਇਹ ਹੈ। ਜਦੋਂ ਤੱਕ ਸਾਨੂੰ ਖੋਟੇ ਖਰੇ ਦੀ ਪਛਾਣ ਨਹੀਂ ਆਉਂਦੀ, ਸੱਚ ਔਰ ਝੂਠ ਦੀ ਪਛਾਣ ਨਹੀਂ ਆਉਂਦੀ, ਅਸੀਂ ਝੂਠ ਹੀ ਇਕੱਠਾ ਕਰੀ ਜਾਵਾਂਗੇ, ਡੁਪਲੀਕੇਟ ਕਰੰਸੀ ਹੀ ਇਕੱਠੀ ਕਰੀ ਜਾਵਾਂਗੇ। ਉਹ ਕੋਈ ਗਿਆ ਸੀ ਨਾ ਬੈਂਕ ਵਿੱਚ, ਕਹਿਣ ਲੱਗਾ ਵੀ ਮੇਰਾ 5,000 ਰੁਪਈਆ ਜਮ੍ਹਾਂ ਕਰ ਦੇ, ਤੇ ਉਹ ਕਹਿਣ ਲੱਗਾ ਵੀ ਇਹ ਤੇ ਨਕਲੀ ਨੋਟ। ਕਹਿਣ ਲੱਗਾ ਤੈਨੂੰ ਕੀ, ਇਹ ਨਕਲੀ ਨੇ ਤੇ ਕਰ ਦੇ ਜਮ੍ਹਾਂ, ਮੇਰੇ ਖਾਤੇ 'ਚ ਹੀ ਜਾਣੇ ਨੇ ਨਾ, ਨਕਲੀ ਨੇ ਕਰ ਦੇ ਤੂੰ ਜਮ੍ਹਾਂ, ਮੇਰੇ ਖਾਤੇ 'ਚ ਜਾਣਗੇ ਨਾ। ਐਵੇਂ ਥੋੜੀ ਹੋ ਸਕਦਾ ਤੇਰੇ ਖਾਤੇ 'ਚ ਜਾਣੇ ਨੇ, ਖਾਤੇ 'ਚ ਜਾਣੇ ਨੇ, ਕੋਲ ਹੀ ਰੱਖ, ਐਵੇਂ ਕਰੇਗਾ ਥੋੜੀ ਕੋਈ। ਤਾਂ ਸਾਨੂੰ ਖੋਟੇ ਖਰੇ ਦੀ ਪਛਾਣ ਹੋਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਡੁਪਲੀਕੇਟ ਕਰੰਸੀ ਚੁੱਕੀ ਫਿਰਾਂਗੇ। ਡੁਪਲੀਕੇਟ ਕਰੰਸੀ ਚੁੱਕ ਕੇ ਜਿੰਨਾ ਮਰਜ਼ੀ ਕੋਈ ਮਾਣ ਕਰੀ ਜਾਏ ਕਿ ਮੇਰੇ ਕੋਲ ਲੱਖਾਂ ਡਾਲਰ ਨੇ, ਜਾਂ ਲੱਖਾਂ ਪਾਉਂਡ ਨੇ, ਜਾਂ ਲੱਖਾਂ ਰੁਪਏ ਨੇ, ਉਹਨਾਂ ਦੀ ਵੈਲਿਊ ਤੇ ਟੁੱਟੀ ਦਵਾਨੀ ਵੀ ਨਹੀਂ ਪੈਣੀ, ਕਿਉਂਕਿ ਹੈ ਹੀ ਡੁਪਲੀਕੇਟ। ਇਸ ਲਈ ਸਾਡੇ ਕੋਲ ਕਰੰਸੀ ਅਸਲੀ ਚਾਹੀਦੀ ਹੈ, ਸੱਚ ਚਾਹੀਦਾ ਹੈ। ਝੂਠ ਦੀਆਂ ਜੇ ਕੋਈ ਪੰਡਾ ਵੀ ਚੁੱਕੀ ਫਿਰੇਗਾ ਨਾ, ਉਹਦੀ ਵੈਲਿਊ ਨਹੀਂ ਹੈ ਆਤਮਿਕ ਜੀਵਨ ਦੇ ਅੰਦਰ, ਸੱਚ ਦੀ ਵੈਲਿਊ ਹੈ। ਖੁਸ਼ੀ, ਆਨੰਦ, ਖੇੜਾ, ਪ੍ਰਸੰਨਤਾ ਸੱਚ ਨਾਲ ਮਿਲਣਾ ਹੈ, ਅੰਦਰਲੀ ਖੁਸ਼ੀ ਸੱਚ ਨਾਲ ਮਿਲੇਗੀ। ਸਾਡੇ ਆਪਸੀ ਸੰਬੰਧ ਸੱਚ ਦੇ ਨਾਲ ਜੁੜਨਗੇ, ਸਾਡੇ ਅੰਦਰ ਖੇੜਾ ਖੁਸ਼ੀ ਸੱਚ ਦੇ ਨਾਲ ਆਉਣੀ ਹੈ, ਝੂਠ ਦੇ ਨਾਲ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਹੇ ਸਿੱਧ ਪੁਰਸ਼ੋ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ, ਉਹਨੂੰ ਖੋਟੇ ਖਰੇ ਦੀ ਪਛਾਣ ਹੋ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਅਸਮਾਦੀਆਂ ਵਗੈਰਾ ਬੇਕਾਰ ਦੀ ਚੀਜ਼ ਹੈ। ਆ ਕੋਈ ਘਰ-ਬਾਰ ਛੱਡਣ ਦੇ ਨਾਲ ਰੱਬ ਥੋੜੀ ਮਿਲਦਾ ਹੈ, ਖੋਟੀਆਂ ਚੀਜ਼ਾਂ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਉਹ ਫਿਰ ਘਰ ਗ੍ਰਸਤੀ ਦੇ ਅੰਦਰ ਰਹਿੰਦੇ ਹੋਏ ਹੀ ਜ਼ਿੰਦਗੀ ਜੀਂਦੇ ਨੇ ਸੱਚੀ। ਇਸ ਲਈ ਸਭ ਤੋਂ ਮੇਨ ਚੀਜ਼ ਇਹ ਹੈ, ਖਾਸ ਕਰਕੇ ਸਾਨੂੰ ਖੋਟੇ ਖਰੇ ਦੀ ਪਛਾਣ ਆਉਣੀ ਚਾਹੀਦੀ ਹੈ, ਔਰ ਇਹ ਖੋਟੇ ਖਰੇ ਦੀ ਪਛਾਣ ਸਾਨੂੰ ਵਿਵੇਕ ਬੁੱਧ ਗੁਰੂ ਪਾਸੋਂ ਮਿਲੇਗੀ। ਫਿਰ ਅਸੀਂ ਝੂਠ ਨੂੰ ਛੱਡ ਦਿਆਂਗੇ। ਜਦੋਂ ਝੂਠ ਨੂੰ ਛੱਡ ਦਿਆਂਗੇ, ਸਾਡੇ ਪੱਲੇ ਸੱਚ ਹੋਏਗਾ, ਜ਼ਿੰਦਗੀ ਹੌਲੀ ਫੁੱਲ ਹੋ ਜਾਏਗੀ, ਜ਼ਿੰਦਗੀ ਵਿੱਚ ਖੁਸ਼ੀ ਆ ਜਾਏਗੀ, ਸ਼ਾਂਤੀ ਆ ਜਾਏਗੀ, ਭਟਕਣਾ ਮਿਟ ਜਾਏਗੀ, ਵਾਧੂ ਦਾ ਬੋਝ ਸਿਰ ਤੋਂ ਲੈ ਜਾਏਗਾ। ਅਸੀਂ ਜੀਵਨ ਮੁਕਤੀ ਦਾ ਆਨੰਦ ਮਾਣ ਸਕਾਂਗੇ, ਅਸੀਂ ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰ ਸਕਾਂਗੇ। ਦੇਖੋ ਕਿੰਨਾ ਸੌਖਾ ਸਾਨੂੰ ਖਰਾ ਕੰਮ ਦੱਸਿਆ, ਘਟ ਘਟ ਮੈਂ ਹਰ ਜੂ ਬਸੈ, ਸਭ ਮੈਂ ਜੋਤ ਜੋਤ ਹੈ ਸੋਏ, ਜੋ ਦਿਸੈ ਸੋ ਤੇਰਾ ਰੂਪ। ਕਿੰਨਾ ਨੇੜੇ ਕਰ ਦਿੱਤਾ ਨਾ ਰੱਬ ਨੂੰ, ਕਿ ਜੋ ਦਿਸ ਰਿਹਾ ਹੈ ਰੱਬ ਦਾ ਹੀ ਰੂਪ ਹੈ। ਜੇ ਗੁਰੂ ਦੀ ਇਸ ਖਰੀ ਗੱਲ ਨੂੰ ਅਸੀਂ ਪਛਾਣ ਲਈਏ, ਪੱਲੇ ਬੰਨ ਲਈਏ, ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰੀਏ, ਸੱਚਾ ਮਨ ਬਚਨ ਕਰਮ ਕਰਕੇ ਸੱਚੇ ਹੋ ਜਾਈਏ, ਜੇ ਗੁਰੂ ਦੀ ਇਸ ਗੱਲ ਦੀ ਸਾਨੂੰ ਪਛਾਣ ਆ ਜਾਏ ਕਿ ਸਾਡੀ ਜ਼ਿੰਦਗੀ ਦਾ ਗੋਲ ਸਚਿਆਰ ਹੋਣਾ ਹੈ, ਕਿ ਸਚਿਆਰਾ ਹੋਈ ਹੈ, ਤਾਂ ਫਿਰ ਅਸੀਂ ਜੋ ਵਾਧੂ ਦੇ ਝੂਠ, ਫਰੇਬ, ਵਿਕਾਰ ਨੇ, ਉਹਨਾਂ ਤੋਂ ਬੰਦਾ ਬਚ ਜਾਏਗਾ।
ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਗੁਰਮੁਖ ਲਾਗੈ ਸਹਿਜ ਧਿਆਨ। ਇੱਥੇ ਸਹਿਜ ਦੇ ਜੱਜੇ ਦੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਹੈ ਸਹਿਜ ਵਿੱਚ, ਆਤਮਕ ਅਡੋਲਤਾ ਵਿੱਚ। ਗੁਰੂ ਦੇ ਜ਼ਰੀਏ ਉਹਦਾ ਅਡੋਲਤਾ ਦੇ ਵਿੱਚ ਸੁਰਤ ਜੁੜੀ ਰਹਿੰਦੀ ਹੈ, ਆਤਮਕ ਅਡੋਲਤਾ ਵਿੱਚ। ਉਹ ਖੋਟੇ ਕੰਮਾਂ ਵਿੱਚ ਫਸਦਾ ਨਹੀਂ। ਜਿਹੜਾ ਗੁਰਮੁਖ ਹੈ ਨਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਉਹ ਖੋਟੇ ਫਜ਼ੂਲ ਦੇ ਕੰਮਾਂ ਵਿੱਚ ਫਸਦਾ ਹੀ ਨਹੀਂ ਕਿ ਮੇਰੀ ਤੀਰਥ ਯਾਤਰਾ ਕਰਨ ਦੇ ਨਾਲ ਜਿਹੜੀ ਹੈ ਮੁਕਤੀ ਹੋ ਜਾਏਗੀ, ਕਿਸੇ ਤੀਰਥ ਵਿੱਚ ਨਹਾਤਿਆਂ ਮੇਰੀ ਮੁਕਤੀ ਹੋ ਜਾਏਗੀ। ਉਹ ਇਹਨਾਂ ਕੰਮਾਂ ਵਿੱਚ ਫਸਦਾ ਹੀ ਨਹੀਂ। ਉਹਨੂੰ ਪਤਾ ਹੈ ਕਿ ਮੁਕਤ ਤੇ ਬੰਦਾ ਸੱਚ ਦੇ ਰਾਹਾਂ ਤੇ ਤੁਰ ਕੇ ਹੁੰਦਾ ਹੈ। ਉਹ ਇਹੋ ਜਿਹੇ ਕੰਮਾਂ ਵਿੱਚ ਫਸਦਾ ਹੀ ਨਹੀਂ ਕਿ ਸਰਾਧ ਕਰਨ ਨਾਲ ਸ਼ਾਇਦ ਬਜ਼ੁਰਗਾਂ ਨੂੰ ਭੋਜਨ ਪਾਣੀ ਮਿਲ ਜਾਏਗਾ। ਉਹ ਇਹੋ ਜਿਹੇ ਕੰਮਾਂ ਵਿੱਚ ਫਸਦਾ ਹੀ ਨਹੀਂ ਕਿ ਸ਼ਾਇਦ ਕਰਵਾ ਚੌਥ ਦਾ ਵਰਤ ਰੱਖਿਆ ਪਤੀ ਦੀ ਜਿਹੜੀ ਉਮਰ ਲੰਬੀ ਹੋ ਜਾਏਗੀ। ਜਾਂ ਮੰਗਲ ਗ੍ਰਹਿ ਜਿਹੜਾ ਹੈ, ਜਿਹੜਾ ਕਈ 100 ਬਿਲੀਅਨ ਕਿਲੋਮੀਟਰ ਦੂਰ ਹੈ, ਮੰਗਲ ਗ੍ਰਹਿ ਕਈ 100 ਬਿਲੀਅਨ ਕਿਲੋਮੀਟਰ ਦੂਰ ਹੈ, ਤੇ ਕੰਮ ਜੇ ਪੁੱਛੀ ਪਿਓ ਕੀ ਕਰਦਾ, ਤਾਂ ਉਹ ਕਹਿੰਦਾ ਵੀ ਕੁੜੀ ਮੁੰਡਿਆਂ ਦੇ ਵਿਆਹਾਂ ਦੇ ਵਿੱਚ ਵਿਘਨ ਪਾਉਂਦਾ ਹੈ, ਉਹਨਾਂ ਦੇ ਵਿਆਹ ਨਹੀਂ ਹੋਣ ਦਿੰਦਾ। ਬੰਦਾ ਪੁੱਛੇ ਵੀ ਹੁਣ ਮੰਗਲ ਗ੍ਰਹਿ ਦਾ ਵਿਆਹਾਂ ਦੇ ਨਾਲ ਕੀ ਤਾਲਮੇਲ ਹੈ, ਉਹ ਇਹੋ ਜਿਹੇ ਕੰਮਾਂ ਵਿੱਚ ਫਿਰ ਬੰਦਾ ਫਸੇਗਾ ਨਹੀਂ, ਜੋਤਿਸ਼ ਵਗੈਰਾ ਦੂਜੇ ਤੀਜੇ ਜਿਹੜੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਗੁਰਮੁਖ ਲਾਗੈ ਸਹਿਜ ਧਿਆਨ। ਗੁਰੂ ਦੇ ਗਿਆਨ ਮੁਤਾਬਕ ਜੋ ਜ਼ਿੰਦਗੀ ਜੀਣ ਵਾਲਾ ਇਨਸਾਨ ਹੈ, ਉਹਦਾ ਆਤਮਕ ਅਡੋਲਤਾ ਵਿੱਚ ਧਿਆਨ ਲੱਗ ਜਾਂਦਾ ਹੈ, ਸੁਰਤ ਟਿਕ ਜਾਂਦੀ ਹੈ। ਯਾਨੀ ਉਹ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਂਦਾ ਹੈ। ਉਹਨੂੰ ਸੱਚ ਦੀ ਸਮਝ ਆ ਜਾਂਦੀ ਹੈ, ਸੱਚ ਦੇ ਅੰਦਰ ਉਹ ਟਿਕ ਜਾਂਦਾ ਹੈ। ਉਹਦਾ ਫਿਰ ਮਨ ਇਧਰ ਉਧਰ ਭਟਕਦਾ ਨਹੀਂ ਹੈ। ਗੁਰਮੁਖ ਦਰਗਾਹ ਸਿਫਤ ਸਮਾਈ। ਇੱਥੇ ਸਿਫਤ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਨਾ, ਤਾਂ ਸਿਫਤ ਦੇ ਤੱਤੇ ਨਾਲ ਸਿਹਾਰੀ ਲੱਗੀ ਹੈ, ਜਿਹਦਾ ਮਤਲਬ ਸਿਫਤ ਦੇ ਰਾਹੀਂ, ਸਿਫਤ ਦੇ ਰਾਹੀਂ ਸਮਾਏ ਦਾ ਮਤਲਬ ਸਮਾ ਜਾਂਦਾ ਹੈ। ਦਰਗਾਹ ਦਾ ਮਤਲਬ ਰੱਬੀ ਹਜ਼ੂਰੀ ਵਿੱਚ। ਤਾਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਹੈ ਨਾ, ਪ੍ਰਭੂ ਦੀ ਸਿਫਤ ਸਲਾਹ ਦੀ ਰਾਹੀਂ ਪ੍ਰਭੂ ਦੇ ਵਿੱਚ ਹੀ ਸਮਾ ਜਾਂਦਾ ਹੈ, ਰੱਬੀ ਹਜ਼ੂਰੀ ਦੇ ਵਿੱਚ ਟਿਕਿਆ ਰਹਿੰਦਾ ਹੈ। ਦਰਗਾਹ ਦਾ ਮਤਲਬ ਰੱਬੀ ਹਜ਼ੂਰੀ, ਰੱਬ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ, ਉਹਦੇ ਗੁਣਾਂ ਦੇ ਵਿੱਚ ਸਮਾ ਜਾਂਦਾ ਹੈ। ਗੁਣ ਕਹੇ ਗੁਣੀ ਸਮਾਵਣਿਆ। ਜੋ ਗੁਣ ਗਾਉਣ ਵਾਲਾ ਹੈ, ਉਹ ਗੁਣੀ ਦੇ ਅੰਦਰ ਹੀ ਸਮਾ ਜਾਏਗਾ। ਜਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਰਿਪੀਟ ਕਰਦੇ ਹਾਂ ਨਾ, ਉਹ ਚੀਜ਼ ਸਾਨੂੰ ਯਾਦ ਹੋ ਜਾਂਦੀ ਹੈ, ਉਹ ਫਿਰ ਸਾਡੇ ਅੰਦਰੋਂ ਨਿਕਲਦੀ ਨਹੀਂ। ਜਿਵੇਂ ਅਸੀਂ ਕਰੀਬ ਸਾਰੇ ਬਹੁਤੇ ਵੀਰ ਭੈਣਾਂ ਅਸੀਂ ਇੰਡੀਆ ਤੋਂ ਆਏ ਆ ਨਾ, ਤੇ ਬੇਸ਼ੱਕ ਹੁਣ ਸਾਡੀ 60 70 ਸਾਲ ਉਮਰ ਹੋ ਗਈ, ਕਿਸੇ ਦੀ 50 55, ਅਸੀਂ ਇਸ ਤੇ ਕਰੀਬ ਜਾਂ ਸਾਰੇ ਇਸ ਤੋਂ ਉੱਤੇ ਹੀ ਹਾਂ। ਪਰ ਮੇਰੇ ਖਿਆਲ ਦੇ ਵਿੱਚ 10 ਤੱਕ ਸਾਨੂੰ ਪਹਾੜੇ ਸਾਰਿਆਂ ਨੂੰ ਯਾਦ ਹੋਣੇ ਨੇ, ਜਿੱਥੋਂ ਤੱਕ ਮੇਰਾ ਖਿਆਲ ਹੈ। ਮੈਨੂੰ ਤੇ ਯਾਦ ਨੇ। ਉਹਦਾ ਰੀਜ਼ਨ ਇਹ ਹੈ ਕਿ ਹਾਲੇ ਮੈਂ ਕਦੀ ਪਹਾੜੇ ਪੜ੍ਹੇ ਨਹੀਂ, ਬਾਰ-ਬਾਰ ਉਹਨਾਂ ਨੂੰ ਰਿਪੀਟ ਨਹੀਂ ਕੀਤਾ, ਪਰ 10 ਤੱਕ ਪਹਾੜੇ ਕਿਉਂ ਯਾਦ ਨੇ? ਕਿਉਂਕਿ ਉਹ ਇੰਨੀ ਵੇਰੀ ਰਿਪੀਟ ਸਾਨੂੰ ਕਰਾਏ ਗਏ ਕਿ ਉਹ ਅੰਦਰੋਂ ਨਿਕਲ ਨਹੀਂ ਸਕਦੇ, ਯਾਦ ਵਿੱਚ ਬਹਿ ਗਏ ਨਾ। ਜਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਦੁਹਰਾਉਂਦੇ ਹਾਂ, ਉਹ ਸਾਡੇ ਸਬਕੌਂਸ਼ੀਅਸ ਮਾਈਂਡ ਅੰਦਰ ਚਲੀ ਜਾਂਦੀ। ਹੁਣ ਬੰਦਾ ਬਾਰ-ਬਾਰ ਝੂਠ ਬੋਲ ਰਿਹਾ ਹੈ, ਨਿੱਕੇ ਕਦੀ ਕਿਸੇ ਨਾਲ ਥੋੜੀ ਜੈਲਸੀ, ਕਿਸੇ ਨਾਲ ਈਰਖਾ, ਥੋੜਾ ਜਿਹਾ ਹੰਕਾਰ, ਥੋੜਾ ਜਿਹਾ ਲੋਭ, ਬਾਰ-ਬਾਰ ਬੰਦਾ ਕਰਦਾ ਰਹਿੰਦਾ ਨਾ, ਤੈ ਚੀਜ਼ਾਂ ਬੰਦੇ ਦੇ ਅੰਦਰ ਚਲੀਆਂ ਗਈਆਂ। ਹੌਲੇ ਦਾ ਸੁਭਾਅ ਹੀ ਬਣ ਗਿਆ ਝੂਠ ਬੋਲਣ ਵਾਲਾ, ਸੁਭਾਅ ਹੀ ਬਣ ਗਿਆ ਲਾਲਚ ਕਰਨ ਵਾਲਾ, ਸੁਭਾਅ ਹੀ ਬਣ ਗਿਆ ਚੁਗਲੀ ਕਰਨ ਵਾਲਾ। ਜਾਂਦਾ ਕੋਈ ਨਾ ਕੋਈ ਜਿਹੜੀ ਇਹ ਸ਼ੁਰਲੀ ਛੱਡ ਹੀ ਜਾਂਦਾ ਨਾ ਬੰਦਾ, ਕਿਉਂਕਿ ਸੁਭਾਅ ਬਣਿਆ। ਤੇ ਗੁਰਮੁਖ ਜਿਹੜਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਰੱਬ ਦੀ ਸਿਫਤ ਸਲਾਹ ਕਰਦਾ, ਬਾਰ-ਬਾਰ ਸੱਚ ਬੋਲਦਾ ਹੈ, ਦਇਆ ਬਾਰੇ ਬੋਲਦਾ ਹੈ, ਨਿਰਭੈਤਾ ਵਾਲੇ ਕਰਮ ਕਰਦਾ ਹੈ, ਨਿਰਵੈਰਤਾ ਵਾਲੇ ਕਰਮ ਕਰਦਾ ਹੈ। ਤੇ ਹੌਲੇ ਇਹ ਚੀਜ਼ਾਂ ਬਾਰ-ਬਾਰ ਰਿਪੀਟ ਕਰਨ ਦੇ ਨਾਲ ਗੁਰਮੁਖ ਦਾ ਸੁਭਾਅ ਹੀ ਐਵੇਂ ਬਣ ਜਾਂਦਾ ਹੈ। ਉਹਦੀ ਸੁਰਤ ਇਹਨਾਂ ਗੁਣਾਂ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ, ਉਹਦੇ ਅੰਦਰ ਕੋਈ ਵਿਕਾਰ ਪੈਦਾ ਹੀ ਨਹੀਂ ਹੁੰਦਾ। ਉਹ ਰੱਬ ਦੇ ਵਿੱਚ ਸਮਾ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ, ਦਇਆ ਸਰੂਪ ਹੋ ਜਾਂਦਾ ਹੈ, ਨਿਰਵੈਰ ਸਰੂਪ ਹੋ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਿ ਇਹ ਜੋਗੀ ਜਨੋ ਰੱਬ ਨੂੰ ਮਿਲਣ ਲਈ ਸਮਾਧੀਆਂ ਲਾਉਣ ਦੀ ਲੋੜ ਨਹੀਂ,
ਰੱਬ ਨੂੰ ਮਿਲਣ ਲਈ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ, ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਪਹਾੜਾਂ ਦੇ ਉੱਤੇ ਕੰਦਰਾਂ ਵਿੱਚ ਚੜ੍ਹਨ ਦੀ ਜ਼ਰੂਰਤ ਨਹੀਂ, ਤਿਆਗ ਕਰਨ ਦੀ ਲੋੜ ਨਹੀਂ, ਸਗੋਂ ਸੰਸਾਰ ਦੇ ਅੰਦਰ ਰਹਿੰਦਿਆਂ ਸ਼ੁਭ ਗੁਣਾਂ ਦੇ ਧਾਰਨੀ ਹੋਣ ਦੀ ਲੋੜ ਹੈ। ਗਿਆਨ ਵਾਲੀ ਜ਼ਿੰਦਗੀ ਜੀਣ ਦੀ ਲੋੜ ਹੈ। ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦੀ ਜ਼ਰੂਰਤ ਹੈ। ਸਿਫਤ ਸਲਾਹ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜੋ ਗੁਰੂ ਗਿਆਨ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਉਹ ਹਮੇਸ਼ਾ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਿਆ ਰਹਿੰਦਾ ਹੈ, ਉਹਦੇ ਅੰਦਰ ਹੀ ਸਮਾ ਜਾਂਦਾ ਹੈ। ਅਗਲਾ ਬਚਨ ਕਰਦੇ ਨੇ ਨਾਨਕ, ਗੁਰਮੁਖ ਬੰਧ ਨਾ ਪਾਏ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਹੈ। ਬੰਧ ਦਾ ਮਤਲਬ ਰੋਕ। ਉਹਦੇ ਆਤਮਿਕ ਜੀਵਨ ਦੇ ਅੰਦਰ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ। ਉਹਦੇ ਆਤਮਿਕ ਜੀਵਨ ਵਿੱਚ ਰੋਕ ਨਹੀਂ ਪੈਂਦੀ, ਉਹ ਅਵਸ਼ ਜਿੱਤਦਾ ਹੈ। ਜਿਵੇਂ ਅਸੀਂ ਰੋਜ਼ ਪਾਵਨ ਬਾਣੀ ਪੜ੍ਹਦੇ ਹਾਂ ਨਾ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ। ਇੱਥੇ ਰੁਕ ਜਾਣਾ, ਵਿਸਰਾਮ ਲਗਾਣਾ, ਅੰਮ੍ਰਿਤ ਸਾਰੇ ਨਹੀਂ ਪੜ੍ਹਨਾ। ਇਸ ਪਾਵਨ ਪੰਕਤੀਆਂ ਦੇ ਵਿਸਰਾਮ ਆਪ ਧਿਆਨ ਨਾਲ ਸੁਣ ਲਓ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਿ ਬਾਣੀ ਗੁਰੂ ਰੂਪ ਹੈ ਔਰ ਗੁਰੂ ਬਾਣੀ ਰੂਪ ਹੈ। ਗੁਰਬਾਣੀ ਦੇ ਅੰਦਰ ਕੀ ਹੈ? ਵਿੱਚ ਬਾਣੀ ਅੰਮ੍ਰਿਤ। ਗੁਰੂ ਦੇ ਗਿਆਨ ਦੇ ਅੰਦਰ ਅੰਮ੍ਰਿਤ ਹੈ, ਬਾਣੀ ਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਜੀਵਨ ਜਲ ਹੈ। ਸਾਰੇ ਦਾ ਮਤਲਬ ਸੰਭਾਲੇ। ਜੋ ਇਸ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਸੰਭਾਲੇਗਾ, ਆਪਣੇ ਹਿਰਦੇ ਵਿੱਚ ਵਸਾਏਗਾ। ਗੁਰ ਬਾਣੀ ਕਹੈ, ਜੋ ਗੁਰੂ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਕਹਿੰਦਾ ਹੈ। ਸੇਵਕ ਜਨ ਮਾਨੈ, ਤੇ ਗੁਰੂ ਦਾ ਸੇਵਕ ਉਸ ਨੂੰ ਮੰਨ ਲੈਂਦਾ ਹੈ। ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਦਾ ਮਤਲਬ ਪ੍ਰਗਟ ਤੌਰ ਤੇ। ਪ੍ਰਤੱਖ ਗੁਰੂ ਨਿਸਤਾਰੇ, ਪ੍ਰਗਟ ਤੌਰ ਤੇ ਗੁਰੂ ਉਹਦਾ ਪਾਰ ਉਤਾਰਾ ਕਰ ਦੇਵੇਗਾ। ਗੁਰੂ ਦੇ ਗਿਆਨ ਰਾਹੀਂ ਉਹਦਾ ਪਾਰ ਉਤਾਰਾ ਹੋ ਜਾਏਗਾ, ਉਹ ਵਿਕਾਰਾਂ ਤੋਂ ਬਚ ਜਾਏਗਾ। ਕੋਈ ਵਿਕਾਰ, ਕੋਈ ਲੋਭ ਲਾਲਚ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਦੇ ਰਾਹਾਂ ਵਿੱਚ, ਆਤਮਿਕ ਜੀਵਨ ਵਿੱਚ ਬੰਦ ਨਹੀਂ ਪਾ ਸਕਦਾ, ਰੋਕ ਨਹੀਂ ਅਟਕਾ ਸਕਦਾ। ਕਾਮ, ਕ੍ਰੋਧ, ਲੋਭ, ਮੋਹ ਉਹਨੂੰ ਅਟਕਾ ਨਹੀਂ ਸਕਦੇ, ਕਿਉਂਕਿ ਉਹਦੀ ਜ਼ਿੰਦਗੀ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਗੁਣ ਨੇ। ਕੋਈ ਲਾਲਚ ਉਹਨੂੰ ਨਹੀਂ ਅਟਕਾ ਸਕਦਾ। ਸਾਹਿਬਜ਼ਾਦਿਆਂ ਅੱਗੇ ਕਿੱਡਾ ਵੱਡਾ ਲਾਲਚ ਰੱਖਿਆ ਜਾਂਦਾ ਹੈ ਕਿ ਤੁਹਾਨੂੰ ਰਾਜ ਭਾਗ ਦਿਆਂਗੇ। ਜਿੰਨੇ ਸ਼ਹੀਦ ਸਿੰਘ ਸਿੰਘਣੀਆਂ ਹੋਏ ਨੇ, ਕਿੰਨਾ ਵੱਡਾ ਲਾਲਚ ਦਿੱਤਾ ਜਾਂਦਾ ਹੈ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਦਸ਼ਾਹ ਹੋਣਗੀਆਂ, ਜੰਗੀਰਾਂ ਹੋਣਗੀਆਂ ਉਹਨਾਂ ਦੇ ਕੋਲ। ਕੋਈ ਲਾਲਚ ਉਹਨਾਂ ਨੂੰ ਅਟਕਾ ਸਕਿਆ? ਕਿਸੇ ਲਾਲਚ ਤੇ ਕੋਈ ਅਟਕਿਆ? ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਫਿਰ ਡਰ ਦਿੱਤੇ ਗਏ ਕਿ ਤੁਹਾਡੇ ਬੱਚੇ ਮਾਰ ਦਿੱਤੇ ਜਾਣਗੇ, ਔਰ ਡਰ ਦਿੱਤੇ ਹੀ ਨਹੀਂ ਗਏ, ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਮਾਵਾਂ ਦੇ ਗਲਿਆਂ ਦੇ ਹਾਰ ਬਣਾ ਦਿੱਤੇ, ਚਰਖੜੀਆਂ ਤੇ ਚੜਾ ਦਿੱਤਾ, ਆਰਿਆਂ ਨਾਲ ਚੀਰ ਦਿੱਤਾ, ਦੇਗਾਂ ਵਿੱਚ ਉਬਾਲ ਕੇ ਵੇਖ ਲਿਆ, ਪਰ ਕੋਈ ਡਰ ਉਹਨਾਂ ਨੂੰ ਰੋਕ ਸਕਿਆ? ਤਾਂ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਨੇ, ਜੋ ਸੱਚ ਦੇ ਧਾਰਨੀ ਹੋ ਗਏ ਨੇ, ਕੋਈ ਵੀ ਵਿਕਾਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਬੰਦ ਨਹੀਂ ਪਾ ਸਕਦਾ, ਰੋਕ ਨਹੀਂ ਅਟਕਾ ਸਕਦਾ। ਉਹ ਆਪਣੇ ਜੀਵਨ ਦੇ ਅੰਦਰ ਸਫਲ ਹੁੰਦੇ ਨੇ, ਉਹਨਾਂ ਦਾ ਪਾਰ ਉਤਾਰਾ ਹੁੰਦਾ। ਗੁਰਮੁਖ ਨਾਮ ਨਿਰੰਜਨ ਪਾਏ। ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ। ਨਾਮ ਦਾ ਮਤਲਬ ਜੋ ਰੱਬੀ ਗੁਣ ਨੇ, ਪ੍ਰਭੂ ਦਾ ਹੁਕਮ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ। ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਜੋ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਵਾਲਾ ਹੈ, ਮਾਇਆ ਦੀ ਮੈਲ ਤੋਂ ਰਹਿਤ ਪ੍ਰਭੂ ਦੇ ਗੁਣ ਪ੍ਰਾਪਤ ਕਰ ਲੈਂਦਾ ਹੈ। ਰੱਬੀ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਰੱਬੀ ਹੁਕਮ ਨੂੰ ਸਮਝ ਲੈਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਰਾ ਸੰਸਾਰ ਰੱਬੀ ਹੁਕਮ ਦੇ ਅੰਦਰ ਕਾਰ ਕਰ ਰਿਹਾ ਹੈ। ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਉਹ ਹੁਕਮ ਦੇ ਵਿੱਚ ਤੁਰਦਾ ਹੈ ਔਰ ਰੱਬੀ ਗੁਣਾਂ ਦਾ ਉਤਾਰਨੀ ਹੁੰਦਾ ਹੈ। ਰੱਬ ਦੇ ਗੁਣਾਂ ਨੂੰ ਪਾ ਲੈਣਾ ਹੀ ਨਾਮ ਨੂੰ ਪਾ ਲੈਣਾ। ਦੇਖੋ, ਰੱਬ ਦਾ ਨਾਮ ਕੀ ਹੈ? ਸਤਨਾਮ। ਰੱਬ ਦਾ ਨਾਮ ਹੈ ਨਾ ਸੱਚਾਈ, ਤਾਂ ਸੱਚਾਈ ਨੂੰ ਪਾ ਲੈਣਾ ਹੀ ਨਾਮ ਨੂੰ ਪਾ ਲੈਣਾ। ਰੱਬ ਦਾ ਨਾਮ ਕੀ ਹੈ? ਨਿਰਭਉ, ਨਿਰਵੈਰ। ਇਹ ਸਾਰੇ ਨਾਮ ਨੇ ਨਾ, ਗੁਣ ਨੇ। ਇਹਨਾਂ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਨਿਰਭੈਤਾ ਹੈ, ਨਿਰਵੈਰਤਾ ਹੈ, ਦਇਆਲਤਾ ਹੈ,
सहयोग है, सेवा है, प्रेम है, ये सारे रब्बी गुण ही ते है ने। राम रब दा गुण है ना, एक रमया होया। गोबिंद सृष्टि नूं पैदा करन वाला गुण है ना, इन्हां गुणां नूं पा लेना ही प्रभु नूं पा लेना। तां गुरु दे दस्से राहां ते तुरन वाला रब्बी रजा नूं फॉलो करदा है और रब्बी गुणां नूं ओ पा लैंदा है, यानी रब नूं ही पा लैंदा है। कौन? जो गुरु दे दस्से राहां ते चलन वाला है। इसका मतलब गुरु ज्ञान का धारनी होना ਜਾਂ ਗੁਰੂ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਇਹੀ ਗੁਰਮਤ ਦੀ ਭਗਤੀ ਹੈ, ਇਹੀ ਗੁਰਮਤ ਦੀ ਬੰਦਗੀ ਹੈ। ਗੁਰਮੁਖ ਹਉਮੈ ਸ਼ਬਦ ਜਲਾਏ, ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ, ਜਿਸ ਦਾ ਮਤਲਬ ਹੈ ਸ਼ਬਦ ਰਾਹੀਂ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਗੁਰੂ ਨੂੰ ਸਮਰਪਣ ਜੋ ਮਨੁੱਖ ਹੈ, ਗੁਰੂ ਗਿਆਨ ਦਾ ਧਾਰਨੀ ਹੈ। ਉਹ ਗੁਰੂ ਦੇ ਉਪਦੇਸ਼ ਦੇ ਰਾਹੀਂ ਆਪਣੀ ਹਉਮੈ ਨੂੰ ਸਾੜ ਲੈਂਦਾ ਹੈ। ਜਲਾਏ ਦਾ ਮਤਲਬ ਸਾੜ ਦਿੰਦਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਗੁਰੂ ਗਿਆਨ ਦਾ ਧਾਰਨੀ, ਗੁਰੂ ਦੇ ਉਪਦੇਸ਼ ਰਾਹੀਂ ਆਪਣੀ ਹਉਮੈ ਨੂੰ ਸਾੜ ਲੈਂਦਾ ਹੈ। ਹੁਣ ਹਉਮੈ ਨੂੰ ਸਾੜਨਾ ਕੀ ਹੈ? ਹਉਮੈ ਨੂੰ ਸਾੜਨ ਦਾ ਮਤਲਬ ਹੈ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ। ਜਿਹਦੇ ਅੰਦਰੋਂ ਹਉਮੈ ਜਲ ਜਾਏਗੀ, ਹਉਮੈ ਖਤਮ ਹੋ ਜਾਏਗੀ, ਉਹਦੇ ਅੰਦਰ ਨਾ ਇਨਫੀਰੀਓਰਿਟੀ ਕੰਪਲੈਕਸ ਰਹੇਗਾ, ਨਾ ਸੁਪਰੀਓਰਿਟੀ ਕੰਪਲੈਕਸ ਰਹੇਗਾ। ਉਹ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਇਹ ਵੀ ਨਹੀਂ ਕਹਿੰਦਾ ਕਿ ਮੈਂ ਕੁਝ ਨਹੀਂ ਕਰ ਸਕਦਾ, ਮੇਰੇ ਤੋਂ ਕੁਝ ਨਹੀਂ ਹੋਣਾ, ਮੈਂ ਕਾਮਯਾਬ ਨਹੀਂ ਹੋ ਸਕਦਾ, ਮੇਰੀ ਯਾਦਦਾਸ਼ਤ ਨਹੀਂ ਠੀਕ, ਮੈਨੂੰ ਸਮਝ ਨਹੀਂ ਆਉਣੀ, ਮੈਨੂੰ ਤੇ ਕੋਈ ਚੰਗਾ ਹੀ ਨਹੀਂ ਸਮਝਦਾ। ਉਹ ਐਵੇਂ ਵੀ ਨਹੀਂ ਕਹੇਗਾ, ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਨਹੀਂ ਹੋਏਗਾ। ਤੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਹ ਵੀ ਨਹੀਂ ਕਹੇਗਾ ਕਿ ਮੈਂ ਹੀ ਸਭ ਕੁਝ ਕਰ ਸਕਦਾ, ਹੋਰ ਕੋਈ ਕਰ ਹੀ ਨਹੀਂ ਸਕਦਾ। ਗਿਆਨ ਦਾ ਧਾਰਨੀ ਮੈਂ ਹੀ ਹਾਂ, ਚੰਗੇ ਕੰਮ ਸਿਰਫ ਮੈਂ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਉਹ ਦੂਜਿਆਂ ਨੂੰ ਨੀਵਾਂ ਵੀ ਨਹੀਂ ਵਿਖਾਏਗਾ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰੇਗਾ। ਉਹਨੂੰ ਸਮਝ ਹੋਏਗੀ ਕਿ ਮੈਂ ਵੀ ਬੰਦਿਆਂ ਵਰਗਾ ਬੰਦਾ ਹਾਂ, ਬਾਕੀ ਬੰਦੇ ਮੇਰੇ ਵਰਗੇ ਬੰਦੇ ਨੇ। ਮੈਂ ਇਨਸਾਨਾਂ ਵਰਗਾ ਇੱਕ ਇਨਸਾਨ ਹਾਂ, ਬਾਕੀ ਇਨਸਾਨ ਮੇਰੇ ਵਰਗੇ ਨੇ। ਸਾਰਿਆਂ ਦੇ ਅੰਦਰ ਇੱਕ ਨੂੰ ਵੇਖੇਗਾ ਨਾ, ਸਾਰਿਆਂ ਦੀ ਫਿਰ ਉਹ ਕਦਰ ਪਿਆਰ ਕਰੇਗਾ, ਸਾਰਿਆਂ ਦੇ ਨਾਲ ਵੈਸਾ ਹੀ ਵਿਹਾਰ ਕਰੇਗਾ ਜੈਸਾ ਵਿਹਾਰ ਦੂਜਿਆਂ ਤੋਂ ਆਪਣੇ ਲਈ ਚਾਹੁੰਦਾ ਹੈ। ਪਰ ਜਿਸ ਦੇ ਅੰਦਰ ਹਉਮੈ ਹੈ ਉਹ ਐਵੇਂ ਨਹੀਂ ਕਰੇਗਾ, ਉਹ ਦੂਜਿਆਂ ਤੋਂ ਸਤਿਕਾਰ ਕਰਾਏਗਾ, ਆਪ ਨਹੀਂ ਕਰਨਾ ਚਾਹੇਗਾ। ਲੇਕਿਨ ਜਿਹਦੇ ਅੰਦਰ ਹਉਮੈ ਨਹੀਂ ਹੈ, ਜੋ ਸਵਾਭਿਮਾਨੀ ਹੈ, ਉਹ ਦੂਜਿਆਂ ਦੇ ਨਾਲ ਵੀ ਓਨਾ ਹੀ ਪਿਆਰ ਕਰੇਗਾ ਜਿੰਨਾ ਉਹ ਦੂਜਿਆਂ ਤੋਂ ਆਪਣੇ ਵਾਸਤੇ ਚਾਹੁੰਦਾ ਹੈ। ਕੱਲ ਪਰਸੋਂ ਅਸਾਂ ਵਿਚਾਰ ਕੀਤੀ ਸੀ ਨਾ ਕਿ ਵੱਡਾ ਬੰਦਾ ਉਹ ਹੈ ਜਿਹਦੇ ਕੋਲ ਬਹਿ ਕੇ ਤੁਸੀਂ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੋ। ਵੱਡਾ ਬੰਦਾ ਅਸੀਂ ਉਹਨੂੰ ਕਹਿ ਸਕਨੇ ਆ ਜਿਹੜਾ ਬੰਦਾ ਦੂਜੇ ਕਿਸੇ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ। ਤੇ ਜਿਹੜਾ ਬੰਦਾ ਦੂਜਿਆਂ ਨੂੰ ਛੋਟਾ ਮਹਿਸੂਸ ਕਰਾਏ ਉਹ ਵੱਡਾ ਕਾਹਦਾ, ਉਹ ਤੇ ਹੰਕਾਰੀ ਹੋਇਆ ਨਾ। ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ। ਉਹਦੇ ਵਿੱਚ ਇਨਫੀਰੀਓਰਿਟੀ ਕੰਪਲੈਕਸ ਨਹੀਂ, ਉਹਦੇ ਵਿੱਚ ਸੁਪਰੀਓਰਿਟੀ ਕੰਪਲੈਕਸ ਨਹੀਂ, ਉਹਦੇ ਅੰਦਰ ਸਵਾਰਥ ਨਹੀਂ ਹੈ, ਉਹ ਮੈਂ ਨਹੀਂ ਕਰਦਾ ਫਿਰਦਾ। ਉਹਦੇ ਅੰਦਰੋਂ ਮੇਰ ਤੇਰ ਦੇ ਵਿਤਕਰੇ ਖਤਮ ਹੋ ਜਾਂਦੇ ਨੇ। ਤੇ ਜੋਗੀ ਜਨੋਂ ਤੁਹਾਡੇ ਤੇ ਆਪਣੇ ਹੀ 12 ਫਿਰਕੇ ਨੇ, ਇਹ ਹੀ ਨਹੀਂ ਖਤਮ ਕਰ ਪਾਏ। ਇਸ ਲਈ ਗੁਰੂ ਜੀ ਸਮਝਾ ਰਹੇ ਨੇ ਕਿ ਜੰਗਲਾਂ ਵਿੱਚ ਵਿਚਰਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਗ੍ਰਸਤ ਨੂੰ ਤਿਆਗਣ ਦੀ ਲੋੜ ਨਹੀਂ, ਹਉਮੈ ਨੂੰ ਖਤਮ ਕਰਨ ਦੀ ਲੋੜ ਹੈ। ਪਰ ਜੇ ਜੰਗਲਾਂ ਵਿੱਚ ਆ ਕੇ ਵੀ ਹਉਮੈ ਹੀ ਹੈ, ਤਿਆਗ ਕਰਨ ਤੋਂ ਬਾਅਦ ਹਉਮੈ ਹੋਰ ਵੱਧ ਗਈ ਹੈ, ਤਾਂ ਉਹਦਾ ਲਾਭ ਨਾ ਹੋਇਆ। ਗੁਰਮੁਖ ਸਾਚੇ ਕੇ ਗੁਣ ਗਾਏ, ਗੁਰੂ ਅਨੁਸਾਰੀ ਜੋ ਪੁਰਸ਼ ਹੈ, ਗੁਰੂ ਗਿਆਨ ਦਾ ਜੋ ਧਾਰਨੀ ਹੈ, ਉਹਦੀ ਇਹ ਨਿਸ਼ਾਨੀ ਹੋਏਗੀ ਕਿ ਸਾਚੇ ਕੇ ਗੁਣ ਗਾਏ, ਉਹ ਸੱਚੇ ਦੇ ਗੁਣ ਗਾਏਗਾ, ਸਿਫਤ ਸਲਾਹ ਕਰੇਗਾ। ਉਹਦੀ ਪੋਜ਼ਿਟਿਵ ਸੋਚ ਹੋਏਗੀ, ਨੈਗੇਟਿਵ ਨਹੀਂ ਹੋਏਗੀ, ਨੈਗੇਟਿਵਿਟੀ ਨਹੀਂ ਹੋਏਗੀ। ਉਹਨੂੰ ਜਦੋਂ ਵੇਖੋਗੇ ਗੁਣਾਂ ਦੀ ਗੱਲ ਕਰੇਗਾ, ਅਵਗੁਣਾਂ ਦੀ ਨਹੀਂ ਕਰੇਗਾ। ਇਹ ਨਿਸ਼ਾਨੀ ਹੈ ਗੁਰਮੁਖ ਦੀ, ਗਿਆਨਵਾਨ ਇਨਸਾਨ ਦੀ। ਉਹ ਹਰ ਥਾਂ ਦੇ ਉੱਤੇ ਕੋਈ ਨਾ ਕੋਈ ਗੁਣ ਵੇਖਦਾ ਹੈ, ਕਿਉਂਕਿ ਹਰ ਥਾਂ ਦੇ ਉੱਤੇ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਗੁਣ ਹੈ। ਜਿਹੜੀ ਬਿਲਕੁਲ ਬੰਦ ਘੜੀ ਪਈ ਹੈ ਨਾ, 24 ਘੰਟਿਆਂ ਦੇ ਵਿੱਚ 2 ਵਾਰੀ ਉਹ ਵੀ ਟਾਈਮ ਠੀਕ ਦਿੰਦੀ ਹੈ। ਇਸ ਦੁਨੀਆ ਵਿੱਚ ਨਿਕੰਮਾ ਕੁਛ ਨਹੀਂ ਹੁੰਦਾ, ਹਰ ਇੱਕ ਦੇ ਅੰਦਰ ਕੋਈ ਨਾ ਕੋਈ ਗੁਣ ਮੌਜੂਦ ਹੁੰਦਾ ਹੈ। ਪਹਿਲੀ ਗੱਲ ਤੇ ਹਰ ਬੰਦੇ ਦੇ ਵਿੱਚ ਹੀ ਗੁਣ ਮੌਜੂਦ ਨੇ। ਇਹ ਗੱਲ ਵੱਖਰੀ ਹੈ ਕਿ ਬੰਦਾ ਉਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ,
ਉਹਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਕਿ ਮੇਰੇ ਅੰਦਰ ਇਹ ਪੋਸਿਬਿਲਿਟੀਜ਼ ਨੇ, ਸਾਰਿਆਂ ਦੇ ਵਿੱਚ ਹੈ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਪਰ ਅਸੀਂ ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰਦੇ। ਅਸੀਂ ਕੁਝ ਐਕਸਟਰਾ ਨਵਾਂ ਕਿਉਂ ਨਹੀਂ ਕਰ ਪਾਉਂਦੇ? ਆਮ ਜੋ ਬੰਦਾ ਹੈ ਕਿਉਂ ਨਹੀਂ ਕਰ ਪਾਉਂਦਾ? ਕਿਉਂਕਿ ਉਹਦਾ ਆਪਣਾ ਇੱਕ ਕੰਫਰਟ ਜ਼ੋਨ ਬਣਿਆ ਹੈ, ਉਸ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਆਉਣਾ ਚਾਹੁੰਦਾ। ਜਦੋਂ ਤੱਕ ਅਸੀਂ ਆਪਣੇ ਕੰਫਰਟ ਜ਼ੋਨ ਨੂੰ ਤੋੜ ਕੇ ਬਾਹਰ ਨਹੀਂ ਆਉਂਦੇ, ਉਦੋਂ ਤੱਕ ਕੁਝ ਨਵਾਂ ਨਹੀਂ ਹੁੰਦਾ। ਮਿਸਾਲ ਵਜੋਂ ਅਸੀਂ ਆਪਣਾ ਇੱਕ ਟਾਈਮ ਟੇਬਲ ਬਣਾ ਲਿਆ ਕਿ ਇੰਨੇ ਵਜੇ ਸੌਣਾ ਹੈ, ਇੰਨੇ ਵਜੇ ਜਾਗਣਾ ਹੈ, ਇਹ ਕੰਮ ਕਰਨੇ ਨੇ, ਸਾਡਾ ਕੰਮ ਚੱਲੀ ਜਾ ਰਿਹਾ ਹੈ। ਹੁਣ ਜੇ ਅਸੀਂ ਕੁਝ ਐਕਸਟਰਾ ਚਾਹੁੰਦੇ ਆ ਤਾਂ ਸਾਨੂੰ ਇਸ ਕੰਫਰਟ ਜ਼ੋਨ ਚੋਂ ਬਾਹਰ ਆਉਣਾ ਪਵੇਗਾ। ਜੇ ਅਸੀਂ ਚਾਹੁੰਦੇ ਆ ਕਿ ਸਾਡੇ ਗਿਆਨ ਵਿੱਚ ਵਾਧਾ ਹੋਏ ਤਾਂ ਸਾਨੂੰ ਟਾਈਮ ਟੇਬਲ ਸੈੱਟ ਕਰਨਾ ਪਵੇਗਾ ਨਾ, ਸਾਨੂੰ ਪੜ੍ਹਨਾ ਪਵੇਗਾ। ਤੇ ਜੇ ਮੈਂ ਕਹਾਂ ਕਿ ਮੈਂ ਸੁੱਤਾ ਹੀ ਰਵਾਂ ਤਾਂ ਫਿਰ ਮੈਂ ਨਵਾਂ ਨਹੀਂ ਕੁਝ ਸਿੱਖ ਸਕਦਾ, ਮੈਂ ਕੁਝ ਨਵਾਂ ਨਹੀਂ ਸਿੱਖ ਸਕਦਾ। ਜਿਵੇਂ ਅਸੀਂ ਆਪਣੀ ਜ਼ਿੰਦਗੀ ਬਣਾ ਲਈਏ ਕਿ ਠੀਕ ਹੈ, ਈਰਖਾ ਦਵੇਸ਼ ਨਾਲ ਚੱਲੀ ਜਾ ਰਿਹਾ ਹੈ, ਤਾਂ ਫਿਰ ਅਸੀਂ ਪਿਆਰ ਮੁਹੱਬਤ ਕਰ ਨਹੀਂ ਪਾਵਾਂਗੇ ਨਾ, ਸੱਚ ਬੋਲ ਨਹੀਂ ਪਾਵਾਂਗੇ। ਇਸ ਲਈ ਜ਼ਰੂਰਤ ਹੈ ਇਸ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਆਏ ਬੰਦਾ ਤਾਂ ਵਿਕਾਸ ਕਰੇਗਾ। ਆਪਣੀ ਜੋ ਸੀਮਤ ਸੋਚ ਹੈ ਇਹਦੇ ਵਿੱਚੋਂ ਬਾਹਰ ਆਉਣ ਦੀ ਲੋੜ ਹੈ। ਜਿੱਥੇ ਅਸੀਂ ਅਵਗੁਣਾਂ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਗੁਣਾਂ ਦੀ ਗੱਲ ਕਰੀਏ। ਕਿਸੇ ਦੀ ਬਦਖੋਈ ਕਰਨ ਦੀ ਬਜਾਏ ਜੋ ਉਹਦੇ ਅੰਦਰ ਗੁਣ ਨੇ ਨਾ, ਉਹਨਾਂ ਗੁਣਾਂ ਦੀ ਗੱਲ ਕਰੋ, ਗੁਣ ਵੇਖਣ ਦੀ ਟਰਾਈ ਕਰੋ। ਹਰ ਥਾਂ ਤੇ ਗੁਣਾਂ ਬਾਰੇ ਸੋਚੋ, ਗੁਣਾਂ ਬਾਰੇ ਬੋਲੋ, ਜ਼ਿੰਦਗੀ ਬਦਲ ਜਾਏਗੀ। 2-3 ਮਹੀਨੇ ਟਰਾਈ ਕਰਕੇ ਦੇਖੀਏ ਕਿ ਅਸੀਂ ਕਿਸੇ ਦੀ ਬਦਖੋਈ ਨਾ ਕਰੀਏ। ਜੋ ਕਿਸੇ ਦੇ ਵਿੱਚ ਗੁਣ ਹੈ, ਹੋ ਸਕਦਾ ਹੈ ਕਿ ਉਹਦੇ ਵਿੱਚ ਔਗਣ ਜ਼ਿਆਦੇ ਹੋਣ, ਪਰ ਔਗਣ ਵਾਲੇ ਬੰਦੇ ਦੇ ਵਿੱਚ ਵੀ ਇੱਕ ਦਾ ਗੁਣ ਤਾਂ ਜ਼ਰੂਰ ਹੋਏਗਾ ਨਾ। ਹੋ ਸਕਦਾ ਹੈ ਇੱਕ ਬੰਦਾ ਝੂਠ ਬਹੁਤ ਬੋਲਦਾ ਹੋਵੇ, ਪਰ ਉਹ ਕੰਪਿਊਟਰ ਦਾ ਬੜਾ ਸਿਆਣਾ ਹੋਏ, ਉਸ ਗੁਣ ਦੀ ਤੇ ਸੰਸਿਫਤ ਕਰਨੀ ਚਾਹੀਦੀ ਨਾ। ਹੋ ਸਕਦਾ ਹੈ ਕਿ ਇੱਕ ਬੰਦਾ ਰਿਸ਼ਵਤ ਲੈਂਦਾ ਹੈ, ਲੇਕਿਨ ਉਹ ਡਾਕਟਰ ਬੜਾ ਚੰਗਾ ਹੈ, ਤਾਂ ਸਾਨੂੰ ਉਹਦੇ ਗੁਣ ਦੀ ਜਿਹੜੀ ਹੈ ਨਾ ਗੱਲ ਕਰਨੀ ਚਾਹੀਦੀ ਹੈ। ਜੇ ਤੁਹਾਡੇ ਸਾਹਮਣੇ ਕਿਸੇ ਦੀ ਕੋਈ ਬਦਖੋਈ ਕਰੇ ਤਾਂ 3 ਮਹੀਨੇ ਵਾਸਤੇ ਜਾਂ 20 ਦਿਨ ਵਾਸਤੇ, ਜ਼ਿਆਦਾ ਨਹੀਂ, 20-25 ਦਿਨ ਲਈ ਬਦਖੋਈ ਸੁਣਨੀ ਬੰਦ ਕਰ ਦਿਓ ਕਿ ਮੈਂ ਕਿਸੇ ਦੀ ਬਦਖੋਈ ਨਹੀਂ ਸੁਣਨੀ। ਪਹਿਲੀ ਗੱਲ, ਜਿਹੜਾ ਮਰਜ਼ੀ ਹੋਵੇ, ਜੇ ਕੋਈ ਬਦਖੋਈ ਕਰੇ ਤੇ ਕਹੋ ਵੀ ਨਹੀਂ ਸੁਣਨੀ। ਤੇ ਦੂਜੀ ਇਹ ਟਰਾਈ ਕਰੋ ਕਿ ਦਿਨ ਦੇ ਵਿੱਚ 3 ਬੰਦਿਆਂ ਦੇ, ਜੋ ਚਾਹੇ ਆਪਣੀਆਂ ਭੈਣਾਂ ਨੇ, ਭਰਾ ਨੇ, ਯਾਰ ਦੋਸਤ ਨੇ, ਨਾਨਕੇ ਦਾਦਕੇ ਨੇ, ਅੜੋਸੀ ਪੜੋਸੀ, ਕੋਈ ਵੀ ਹੈ, ਰੋਜ਼ 3 ਨਵੇਂ ਬੰਦਿਆਂ ਦੇ ਜਿਹੜੇ ਨਾ ਕੁਝ ਗੁਣਾਂ ਦੀ ਸਿਫਤ ਕਰੋ ਕਿ ਉਹਦੇ ਵਿੱਚ ਇਹ ਗੁਣ ਹੈ। 20 ਦਿਨ ਕਰਕੇ ਵੇਖੋ, 20 ਦਿਨ ਬਾਅਦ ਸੋਚ ਬਦਲ ਜਾਏਗੀ, 20 ਦਿਨ ਬਾਅਦ ਸੋਚ ਬਦਲ ਜਾਏਗੀ। ਲੇਕਿਨ ਬੰਦਾ ਕਰਨਾ ਹੀ ਨਹੀਂ ਚਾਹੁੰਦਾ। ਪ੍ਰੋਬਲਮ ਇੱਥੇ ਹੈ, ਬੰਦਾ ਆਪਣੇ ਇਸ ਜ਼ੋਨ ਤੋਂ, ਸੋਚ ਦੇ ਜ਼ੋਨ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ। ਤੇ ਗੁਰਮੁਖ ਸਾਚੇ ਕੇ ਗੁਣ ਗਾਏ, ਜੋ ਗੁਰੂ ਅਨੁਸਾਰੀ ਪੁਰਸ਼ ਹੈ ਨਾ, ਉਹ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ। ਦੇਖੋ, ਇਸ ਕੁਦਰਤ ਦੇ ਅੰਦਰ ਅਸੀਂ ਤਾਂ ਇਹੀ ਸੋਚਦੇ ਹਾਂ ਕਿ ਇਹ ਸੰਸਾਰ ਮਾੜਾ ਹੈ, ਇੱਥੇ ਪਾਪ ਨੇ, ਅਪਰਾਧ ਨੇ, ਠੀਕ ਹੈ ਨੇ, ਪਰ ਇਸ ਕੁਦਰਤ ਦੇ ਅੰਦਰ ਕੁਝ ਆਨੰਦ ਵੀ ਤੇ ਬੜੇ ਨੇ ਕਿ ਆਕਾਸ਼ ਦੇ ਬਾਹਰ ਨਿਕਲ ਕੇ ਦੇਖੋ ਕਿੰਨੇ ਸੋਹਣੇ ਤਾਰੇ ਖਿੜੇ ਹੋਏ ਨੇ। ਆ ਦੇਖੋ ਕਿੰਨੀ ਸੋਹਣੀ ਵਨਸਪਤੀ ਲਹਿਲਾ ਰਹੀ ਹੈ, ਰੁੱਖ ਗਾ ਰਹੇ ਨੇ, ਰੁੱਖ ਨੱਚ ਰਹੇ ਨੇ, ਪੰਛੀ ਚਹਿਚਹਾ ਰਹੇ ਨੇ, ਆਕਾਸ਼ ਦੇ ਵਿੱਚ ਬੱਦਲ ਬਣੇ ਹੋਏ ਨੇ, ਘਟਾਵਾਂ ਛਾਈਆਂ ਹੋਈਆਂ ਨੇ, ਬਰਸਾਤ ਹੋ ਰਹੀ ਹੈ, ਸੂਰਜ ਚਮਕ ਰਿਹਾ ਹੈ, ਰਾਤ ਨੂੰ ਚੰਦਰਮਾ ਚਮਕ ਰਿਹਾ ਹੈ, ਕਿੰਨੇ ਸੁੰਦਰ ਜੀਵ ਜੰਤ ਨੇ। ਇਹ ਪੂਰੇ ਦਾ ਪੂਰਾ ਸੰਸਾਰ ਤੁਹਾਨੂੰ ਆਰਤੀ ਕਰਦਾ ਪ੍ਰਤੀਤ ਹੋਵੇਗਾ। ਸਾਨੂੰ ਇਹ ਸੰਸਾਰ ਦੁੱਖਾਂ ਦਾ ਘਰ ਦਿਸਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਸੰਸਾਰ ਆਰਤੀ ਕਰਦਾ ਹੋਇਆ ਪ੍ਰਤੀਤ ਹੋ ਰਿਹਾ ਹੈ। ਸਾਨੂੰ ਜਿੱਥੇ ਪੌਣ ਪਾਣੀ ਵੈਸੰਤਰ ਦੁਖਦਾਈ ਪ੍ਰਤੀਤ ਹੋ ਰਹੇ ਨੇ, ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਗਾਉਂਦੇ ਹੋਏ ਦੇਖ ਰਹੇ ਨੇ, ਗਾਵਨ ਤੁਧ ਨੂੰ ਪੌਣ ਪਾਣੀ ਵੈਸੰਤਰ। ਗੱਲ ਤਾਂ ਨਜ਼ਰੀਏ ਦੀ ਹੈ ਨਾ। ਤਾਂ ਗੁਰਮੁਖ ਸਾਚੇ ਕੇ ਗੁਣ ਗਾਏ, ਜੋ ਗੁਰੂ ਦੇ ਅਨੁਸਾਰੀ ਹੈ ਉਹ ਸੱਚੇ ਦੇ ਗੁਣ ਗਾਉਂਦਾ ਹੈ। ਤੇ ਗੁਣ ਗਾਉਂਦਾ ਫਿਰ ਕੀ ਕਰਦਾ ਹੈ? ਨਾਨਕ ਸਾਚੈ ਰਹਿ ਸਮਾਏ। ਇਹਨੂੰ ਰਹਿ ਨਹੀਂ ਪੜਨਾ, ਰਹਿ, ਸਾਚੇ ਨਹੀਂ ਪੜਨਾ, ਸਾਚੈ। ਸਾਚੇ ਦਾ ਮਤਲਬ ਸੱਚੇ ਵਿੱਚ, ਸਦਾ ਕਾਇਮ ਰਹਿਣ ਵਾਲੇ ਵਿੱਚ। ਰਹਿ ਸਮਾਏ ਦਾ ਮਤਲਬ ਸਮਾਇਆ ਰਹਿੰਦਾ ਹੈ, ਲੀਨ ਰਹਿੰਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ, ਉਹ ਸੱਚੇ ਪ੍ਰਭੂ ਦੇ ਵਿੱਚ ਹੀ ਹਮੇਸ਼ਾ ਲੀਨ ਰਹਿੰਦਾ ਹੈ। ਉਹਦੀ ਸੁਰਤ ਸੱਚੇ ਦੇ ਵਿੱਚ ਹੀ ਹੈ, ਉਹਦੀ ਸੁਰਤ ਗੁਣਾਂ ਦੇ ਵਿੱਚ ਜੁੜੀ ਹੋਈ ਹੈ। ਗੁਰਮੁਖ ਸਾਚ ਨਾਮ ਪਤ ਉੱਤਮ ਹੋਏ।
ਸਾਚ ਨਾਮ ਦਾ ਮਤਲਬ ਸੱਚੇ ਨਾਮ ਵਿੱਚ, ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਗੁਣ। ਜੋ ਗੁਰਮੁਖ ਹੈ ਉਹ ਰੱਬੀ ਰਜਾ ਦੇ ਅੰਦਰ ਸਮਾਇਆ ਰਹਿੰਦਾ ਹੈ, ਰੱਬੀ ਰਜਾ ਦੇ ਅੰਦਰ ਤੁਰਦਾ ਹੈ, ਹੁਕਮ ਦੀ ਪਾਲਣਾ ਕਰਦਾ ਹੈ, ਤੇ ਉਹਦੇ ਨਾਲ ਉਹਨੂੰ ਕੀ ਮਿਲਦਾ ਹੈ? ਪਤ ਉੱਤਮ ਹੋਏ, ਉਹਨੂੰ ਉੱਚੀ ਇੱਜ਼ਤ ਮਿਲਦੀ ਹੈ। ਜੋ ਗੁਰੂ ਅਨੁਸਾਰੀ ਪੁਰਸ਼ ਹੈ ਨਾ, ਸਾਚ ਨਾਮ ਦਾ ਮਤਲਬ ਉਹ ਸੱਚੇ ਨਾਮ ਵਿੱਚ, ਯਾਨੀ ਸੱਚੇ ਰੱਬ ਦੇ ਹੁਕਮ ਦੇ ਅੰਦਰ ਸਮਾਇਆ ਰਹਿੰਦਾ ਹੈ, ਸੱਚੇ ਦੇ ਗੁਣਾਂ ਵਿੱਚ ਸਮਾਇਆ ਰਹਿੰਦਾ ਹੈ। ਇਸ ਲਈ ਉਹਨੂੰ ਉੱਚੀ ਮਹਾਨ ਇੱਜ਼ਤ ਮਿਲਦੀ ਹੈ। ਹੁਣ ਇਹ ਤਾਂ ਸਾਫ਼ ਸੁਥਰੀ ਗੱਲ ਹੈ ਨਾ ਕਿ ਇੱਜ਼ਤ ਕਿਹਨੂੰ ਮਿਲੇਗੀ? ਜਿਸ ਇਨਸਾਨ ਦੇ ਅੰਦਰ ਕੁਝ ਕੁਆਲਿਟੀ ਹੋਏਗੀ, ਜਿਹਦੀ ਸੋਚ ਮਹਾਨ ਹੋਏਗੀ, ਜਿਹਦੀ ਬੋਲ ਬਾਣੀ ਮਿੱਠੀ ਔਰ ਪਿਆਰੀ ਹੋਏਗੀ, ਜਿਹਦਾ ਵਿਹਾਰ ਬੜਾ ਚੰਗਾ ਹੋਏਗਾ, ਜੋ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋਏਗਾ, ਉਹਨੂੰ ਹਰ ਕੋਈ ਬੰਦਾ ਇੱਜ਼ਤ ਦੇਵੇਗਾ, ਉਹਨੂੰ ਹਰ ਕੋਈ ਬੰਦਾ ਮਾਣ ਦੇਵੇਗਾ, ਔਰ ਉਹ ਸੱਚੀ ਇੱਜ਼ਤ ਹੋਏਗੀ, ਵਿਖਾਵੇ ਦੀ ਨਹੀਂ ਹੋਏਗੀ। ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਹੇ ਸਿੱਧ ਪੁਰਸ਼ੋ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਜੋ ਇਨਸਾਨ ਹੈ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਰਿਹਾ ਹੈ, ਉਹਨੂੰ ਸਾਰੇ ਭਵਨਾਂ ਦੀ ਮਤਲਬ ਸਾਰੇ ਸੰਸਾਰ ਦੀ ਸੋਝੀ ਹੋ ਜਾਂਦੀ ਹੈ। ਸਾਰੇ ਸੰਸਾਰ ਦੀ ਸੂਝ ਕਿਵੇਂ ਹੋ ਜਾਂਦੀ ਹੈ? ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਸਾਰੇ ਬੰਦਿਆਂ ਦੇ ਕੰਮਾਂ ਦਾ ਪਤਾ ਲੱਗ ਜਾਂਦਾ ਹੈ, ਜਾਂ ਉਹ ਉਹਨਾਂ ਦੇ ਨਾਮਾਂ ਦਾ ਪਤਾ ਲੱਗ ਜਾਂਦਾ ਹੈ, ਐਡਰੈਸ ਜਾਣ ਲੈਂਦਾ ਹੈ। ਸਗਲ ਭਵਨ ਕੀ ਸੋਝੀ ਦਾ ਮਤਲਬ ਉਹਨੂੰ ਇਸ ਸਮਝ ਆ ਜਾਂਦੀ ਹੈ ਕਿ ਸਾਰੇ ਸੰਸਾਰ ਦੇ ਅੰਦਰ ਨਿਰੰਕਾਰ ਵਸ ਰਿਹਾ ਹੈ, ਔਰ ਇਹ ਸਾਰਾ ਦਿਸਦਾ ਜਗਤ ਉਸ ਰੱਬ ਦਾ ਹੀ ਰੂਪ ਹੈ। ਉਹਨੂੰ ਸਮਝ ਆ ਜਾਂਦੀ ਹੈ ਗੁਰੂ ਅਮਰਦਾਸ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਕਿ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਸਾਰੇ ਭਵਨ ਦੇ ਅੰਦਰ, ਸਾਰੇ ਸੰਸਾਰ ਦੇ ਅੰਦਰ ਰੱਬ ਆਪ ਵਸ ਰਿਹਾ ਹੈ। ਰੱਬ ਇਸ ਕੁਦਰਤ ਤੋਂ ਬਾਹਰ ਨਹੀਂ ਹੈ, ਮਨੁੱਖ ਮਾਤਰ ਉਸੇ ਦਾ ਰੂਪ ਨੇ। ਫਿਰ ਉਹਨੂੰ ਇਸ ਚੀਜ਼ ਦੀ ਜਦੋਂ ਸੂਝ ਮਿਲਦੀ ਹੈ ਤਾਂ ਉਹ ਸਾਰਿਆਂ ਅੰਦਰ ਇੱਕ ਰੱਬ ਨੂੰ ਵੇਖਦਾ, ਸਭ ਦੇ ਨਾਲ ਪਿਆਰ ਸਤਿਕਾਰ ਵਾਲਾ ਵਰਤੋਂ ਵਿਹਾਰ ਕਰਦਾ ਹੈ। ਇਸ ਲਈ ਐਸੇ ਪੁਰਸ਼ੋ, ਸੰਸਾਰ ਨੂੰ ਛੱਡਣ ਦੀ ਲੋੜ ਨਹੀਂ, ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ। ਕਿਆ ਭਵੀਐ ਸੱਚ ਸੂਚਾ ਹੋਏ, ਬਾਹਰ ਭਟਕਣ ਦਾ ਕੀ ਫਾਇਦਾ ਹੈ? ਸੱਚ ਦੇ ਨਾਲ ਜੁੜਨ ਵਾਲਾ ਬੰਦਾ ਸੁੱਚਾ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਉਹਦੀ ਸੋਚ ਪਵਿੱਤਰ ਹੋ ਜਾਂਦੀ ਹੈ, ਉਹਦੇ ਬੋਲ ਪਵਿੱਤਰ ਹੋ ਜਾਂਦੇ ਨੇ, ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ, ਉਹਦਾ ਵਿਹਾਰ ਪਵਿੱਤਰ ਹੋ ਜਾਂਦਾ ਹੈ। ਤਾਂ ਅੱਜ ਦੀ ਸਮਾਪਤੀ ਅਸੀਂ ਇੱਥੇ ਕਰਦੇ ਹਾਂ।